ਤੁਸੀਂ ਸੀਐਮ ਬਣਦੇ ਰਹਿ ਗਏ, 42 ਵਿਧਾਇਕਾਂ ਦਾ ਸਮਰਥਨ ਹਾਸਲ ਸੀ, ਕਿਸ ਤਰ੍ਹਾਂ ਇੱਕ ਪਾਏਦਾਨ ਪਿੱਛੇ ਰੁਕ ਗਏ? ਪਾਰਟੀ ਦੇ ਪ੍ਰਧਾਨ ਕਹਿੰਦੇ ਵੀ ਸਾਡਾ ਤੇ ਬਲਾਕ ਪ੍ਰਧਾਨ ਵੀ ਜਿਹੜਾ ਵੋਟਿੰਗ ਦੇ ਜ਼ਰੀਏ ਚੁਣਿਆ ਜਾਂਦਾ, ਫਿਰ ਉਹ 42 ਵੋਟ ਨਜ਼ਰਅੰਦਾਜ਼ ਕਿਵੇਂ ਹੋ ਗਏ ਤੇ 2 ਵੋਟਾਂ ਲਈ ਚਰਨਜੀਤ ਚੰਨੀ ਸੀਐਮ ਕਿਵੇਂ ਬਣ ਗਏ? ਇਹਦਾ ਮਤਲਬ ਜਿਹੜਾ ਭੇਦਭਾਵ ਆ ਕਿਤੇ ਉਹ ਤੇ ਪਾਰਟੀ ਹਾਈ ਕਮਾਂਡ ਵੀ ਕਰ ਗਈ। ਪੰਜਾਬ ਦੇ ਵਿੱਚ 38-39% ਆਲਮੋਸਟ 40% ਹਿੰਦੂ ਵੋਟਸ ਹੈਗੇ ਨੇ ਤੇ ਸੁਨੀਲ ਜਾਖੜ ਜੇ ਸੀਐਮ ਬਣਦੇ ਤੇ ਅੱਗ ਕਿਵੇਂ ਲੱਗਦੀ? ਤੁਹਾਨੂੰ ਇਹ ਕਿਉਂ ਲੱਗਾ ਚਰਨਜੀਤ ਚੰਨੀ ਨੂੰ ਸਮਰਥਨ ਕਰਨਾ, ਨਵਜੋਤ ਸਿੱਧੂ ਨੂੰ ਨਹੀਂ ਕਰਨਾ ਕਿਉਂ ਲੱਗਾ? ਚੀਫ ਮਿਨਿਸਟਰ ਕੋਈ ਖਿਡੌਣਾ ਤਾਂ ਹੈ ਨਹੀਂ ਸਾਹਿਬ ਵੀ ਕਿਸੇ ਨੂੰ ਫੜਾਤੀ ਆ ਪੋਸਟ ਵੀ ਲੈ ਵੀ ਤੇਰਾ ਜੀ ਲੱਗਿਆ ਰਹੂਗਾ, ਤੈਨੂੰ 2-4 ਮਹੀਨੇ ਖੇਲ ਲੈ ਫਿਰ ਦੂਜੇ ਨੂੰ ਫੜਾ ਦੇਾਂਗੇ, ਨਹੀਂ ਸਾਹਿਬ। ਜੇ ਸੁਨੀਲ ਜਾਖੜ ਨੂੰ ਇਹ ਫੋਨ ਆਵੇ ਕਿ ਚਰਨਜੀਤ ਚੰਨੀ ਜਾਂ ਨਵਜੋਤ ਸਿੱਧੂ ਲਈ ਵੋਟ ਕਰਨਾ, ਕਿਹਦੇ ਲਈ ਕਰੋਗੇ? ਮੈਂ ਵੋਟ ਕਿਸੇ ਨੇ, ਮੈਂ ਕਹੂੰਗਾ ਜੋ ਫੈਸਲਾ ਲਿਆ ਉਸ ਤੇ ਹੁਣ ਖੜੇ ਰਹੋ। ਕੰਟਰਾਡਿਕਟਰੀ ਹੈ ਪਾਰਟੀ ਦੇ ਅੰਦਰ। ਤੁਸੀਂ ਕਹਿ ਰਹੇ ਹੋ ਕਿ ਚਰਨਜੀਤ ਚੰਨੀ ਨੇ 111 ਦਿਨਾਂ 'ਚ ਠੀਕ ਕੀਤਾ, ਸਟੇਟ ਪ੍ਰੈਜ਼ੀਡੈਂਟ ਕਹਿੰਦੇ ਨੇ ਕਿ ਮਾਫੀਆ ਸਿਸਟਮ ਚੱਲ ਰਿਹਾ ਉਸੇ ਤਰ੍ਹਾਂ ਦੇ ਨਾਲ। ਸਾਰੇ ਇਸ ਹਮਾਮੇ ਸਾਰੇ ਬਿਨਾਂ ਲੀੜਿਆਂ ਦੇ ਆ ਇੱਥੇ। ਨਵਜੋਤ ਸਿੰਘ ਸਿੱਧੂ ਹੁਣਾਂ ਨੇ ਅੱਜ ਇੱਕ ਗੱਲ ਕਹੀ ਹੈ, ਕਹਿੰਦੇ ਕਿ ਉੱਪਰ ਵਾਲੇ ਚਾਹੁੰਦੇ ਆ ਕਿ ਇੱਕ ਕਮਜ਼ੋਰ ਸੀਐਮ ਬਣੇ ਜਿਹੜਾ ਉਹਨਾਂ ਦੀ ਤਾਲ ਤੇ ਤਾਥਾ ਨੱਚ ਸਕੇ। ਇਹਦਾ ਮਤਲਬ ਕੀ ਹੈ? ਇਸ ਦੌਰ ਦੇ ਵਿੱਚ ਜਦੋਂ ਸੀਐਮ ਦੇ ਰਿਸ਼ਤੇਦਾਰ ਦੇ ਰੇਡ ਪੈਂਦੀ ਹੈ, ਹੁਣ ਕੱਲ ਈਡੀ ਨੇ ਅਰੈਸਟ ਕਰ ਲਿਆ, ਇਹਦੇ ਨਾਲ ਸੀਐਮ ਦੇ ਕੈਂਡੀਡੇਟ ਅਨਾਉਂਸ ਹੋਣ ਤੋਂ ਪਹਿਲਾਂ ਇਮੇਜ ਖਰਾਬ ਹੋ ਰਹੀ ਹੈ ਜਾਂ ਪਰਸੈਪਸ਼ਨ ਬਣ ਰਹੀ ਹੈ? ਯੈਸ। ਪੰਜਾਬ ਦੇ ਵਿੱਚ ਇਸ ਸਮੇਂ ਸਰਕਾਰ ਤੋਂ ਕਿੰਨੀ ਕਦਮ ਦੂਰ ਹੈਗੀ ਹੈ ਕਾਂਗਰਸ? ਟ੍ਰਾਈਂਗ ਟੂ ਡਿਫੈਂਡ ਜਿਹੜੀ ਹੈ 2/3 ਮੈਜੋਰਿਟੀ ਜਿਹੜੇ ਸਾਡੇ ਕੋਲ ਹੈ, ਵੀ ਇਸ ਤੋਂ ਨਾ ਘਟ ਜਾਈਏ, ਇਹਨੂੰ ਵਧਾਈਏ। ਸਾਡੇ ਨਾਲ ਸੁਨੀਲ ਜਾਖੜ ਐਕਸਕਲੂਸਿਵਲੀ ਜੁੜ ਰਹੇ ਨੇ। ਜਾਖੜ ਸਾਹਿਬ, ਬਹੁਤ ਧੰਨਵਾਦ ਦੈਨਿਕ ਸਵੇਰਾ ਨੂੰ ਟਾਈਮ ਦੇਣ ਦੇ ਲਈ। ਨਹੀਂ, ਧੰਨਵਾਦ ਤਾਂ ਤੁਹਾਡਾ ਪਾਟੀਆ ਸਾਹਿਬ, ਤੁਸੀਂ ਇੰਨੀ ਦੂਰੋਂ ਚੱਲ ਕੇ ਸਫ਼ਰ ਕਰਕੇ ਅਬੋਹਰ ਪੁੱਗੇ ਹੋ, ਬਹੁਤ ਹੀ ਤੁਹਾਡਾ ਧੰਨਵਾਦ ਤੇ ਮੌਕਾ ਦਿੱਤਾ ਤੁਹਾਡੇ ਰਾਹੀਂ ਤੁਹਾਡੇ ਸਾਰੇ ਸਮੂਹ ਦਰਸ਼ਕਾਂ ਨਾਲ ਗੱਲਬਾਤ ਕਰਨ ਦਾ। ਜਾਖੜ ਸਾਹਿਬ, ਬੜੀ ਸਿਆਸਤ ਦੇ ਵਿੱਚ ਕਹਿੰਦੇ ਲੀਡਰ ਨੂੰ ਸਭ ਤੋਂ ਜ਼ਿਆਦਾ ਕੁਰਸੀ ਦੇ ਨਾਲ ਪਿਆਰ ਹੁੰਦਾ। ਇਹ ਬੜੀ ਹੈਰਾਨ ਕਰਨ ਵਾਲੀ ਗੱਲ ਸੀਗੀ ਕਿ ਤੁਸੀਂ ਸੀਐਮ ਬਣਦੇ ਰਹਿ ਗਏ, 42 ਵਿਧਾਇਕਾਂ ਦਾ ਸਮਰਥਨ ਹਾਸਲ ਸੀ, ਜਿਹਨੂੰ ਇੰਨੀ ਮੈਜੋਰਿਟੀ ਹੋਵੇ, ਮੈਜੋਰਿਟੀ ਦੀ ਗੇਮ ਹੈ ਸਾਰੀ, ਕਿਸ ਤਰ੍ਹਾਂ ਇੱਕ ਪਾਏਦਾਨ ਪਿੱਛੇ ਰੁਕ ਗਏ? ਤੁਸੀਂ ਆਹ ਗੱਲ ਕਹਿਣ ਤੋਂ ਪਹਿਲਾਂ ਜਦੋਂ ਇੰਟਰੋਡਕਸ਼ਨ ਕਰ ਰਹੇ ਸੀ, ਤੁਸੀਂ ਕਿਹਾ ਵੀ ਉਹਨਾਂ ਨੇ ਉਸ ਰੇਸ ਦੇ ਵਿੱਚ ਸੁਨੀਲ ਜਾਖੜ ਸ਼ਾਮਿਲ ਹੋਣ ਦੀ ਗੱਲ ਕੀਤੀ। ਪਹਿਲੀ ਗੱਲ ਤਾਂ ਕੋਈ ਰੇਸ ਹੈ ਹੀ ਨਹੀਂ ਸੀ ਸਾਹਿਬ, ਤੇ ਦੂਜੀ ਅਗਰ ਕੋਈ ਰੇਸ ਹੁੰਦੀ ਤਾਂ ਉਸ 'ਚ ਮੈਂ ਪਾਰਟਿਸਿਪੇਟ ਨਹੀਂ ਕਰ ਸਕਦਾ, ਕਿਉਂਕਿ ਪਹਿਲਾਂ ਹੀਟਸ ਕਲੀਅਰ ਕਰਨੀਆਂ ਪੈਂਦੀਆਂ ਨੇ। ਮੈਂ ਤਾਂ ਹੀਟ ਹੀ ਨਹੀਂ ਕਲੀਅਰ ਕਰ ਪਾਇਆ ਸੀ। ਕੱਲ ਸਿੱਧੂ ਸਾਹਿਬ ਦਾ ਵੀ ਬਿਆਨ ਸੁਣ ਰਿਹਾ ਸੀ, ਉਹ ਵੀ ਕਹਿ ਰਹੇ ਸੀ ਵੀ ਸੀਐਮ ਬਣਨ ਤੋਂ ਪਹਿਲੇ ਐਮਐਲਏ ਬਣਨਾ ਪੈਂਦਾ। ਮੈਂ ਤਾਂ ਆਪ ਆਪਣੇ ਮੂੰਹੋਂ ਕਹਿ ਰਿਹਾ ਵੀ ਮੈਂ ਤਾਂ ਨਾ ਉਦੋਂ ਐਮਐਲਏ ਸੀ, ਨਾ ਮੈਂ ਹੁਣ ਐਮਐਲਏ ਹਾਂ, ਨਾ ਮੈਂ ਉਦੋਂ ਰੇਸ 'ਚ ਸੀ, ਨਾ ਹੁਣ ਰੇਸ 'ਚ ਹਾਂ। ਪਰ ਜਿਹੜਾ ਇਹਦੇ ਪਿੱਛੇ ਪਿਛੋਕੜ ਦੇਖਣਾ ਪਊਗਾ ਪਾਟੀਆ ਜੀ। ਜਦੋਂ ਪਤਾ ਨਹੀਂ ਕੀ ਵਜੂਹਾਤ ਕੀ ਹੋਈਆਂ, ਸੀਐਲਪੀ ਮੀਟਿੰਗ ਹੋਈ, ਸੀਐਮ ਕੈਪਟਨ ਸਾਹਿਬ ਨੇ ਜਦੋਂ ਅਸਤੀਫਾ ਦੇਤਾ ਤੇ ਉਹਦੇ ਬਾਅਦ ਸੀਐਲਪੀ ਮੀਟਿੰਗ ਹੋਈ, ਸਾਰੇ ਐਮਐਲਏਜ਼ ਨੇ ਬੈਠ ਕੇ ਇੱਕ 1 ਲਾਈਨ ਰੈਜ਼ੋਲੂਸ਼ਨ ਯੂਨੈਨਿਮਸਲੀ ਪਾਸ ਕੀਤਾ ਵੀ ਜਿਸ ਕਿਸੇ ਨੂੰ ਵੀ ਹਾਈ ਕਮਾਂਡ ਬਣਾਊਗੀ ਉਹ ਸਾਡੇ ਸਾਰੇ ਐਮਐਲਏਜ਼ ਨੂੰ ਮਨਜ਼ੂਰ ਹੈ। ਤੇ ਜਿਹੜੇ 3 ਆਬਜ਼ਰਵਰਸ ਆਏ ਸੀਗੇ ਦਿੱਲੀੋਂ, ਤੇ ਉਹਨਾਂ ਨੇ ਕਿਹਾ ਸੀ 5 ਮਿੰਟ 'ਚ ਗੱਲ ਕਰਕੇ ਉੱਤੇ ਤੁਹਾਨੂੰ ਦੱਸ ਦਿੰਦੇ ਹਾਂ। ਉਹ ਜਿਹੜੇ 5 ਮਿੰਟ ਹੈ ਉਹ ਵੱਧੇ ਤੁਰੇ ਗਏ, ਘੰਟਾ 1.5 ਘੰਟਾ ਚੱਲਿਆ, ਤੇ ਉਸ ਚੋਂ ਫਿਰ ਬਾਹਰ ਆ ਕੇ ਪਤਾ ਨਹੀਂ ਉਹਨਾਂ ਨੇ ਕੀ ਫੈਸਲਾ ਉੱਤੋਂ ਕੀ ਇਸ ਕਿਸਮ ਦੀਆਂ ਇੰਸਟਰਕਸ਼ਨਸ ਆਈਆਂ ਵੀ ਤੁਸੀਂ ਸਾਰੇ ਐਮਐਲਏਜ਼ ਦੀ ਰਾਏ ਲਓ। ਜਿਹੜੀ ਗੱਲ ਮੈਂ ਉਹਨੂੰ ਅੰਡਰਲਾਈਨ ਕਰਨਾ ਚਾਹੁੰਦਾ ਲੋਕਾਂ ਨੂੰ, ਇਸ ਗੱਲ ਤੇ ਸਾਰਿਆਂ ਨੇ ਜਿਹੜੇ ਇਸ ਕਿਸਮ ਦੀਆਂ ਭ੍ਰਾਂਤੀਆਂ ਫੈਲ ਰਹੀਆਂ, ਉਹ ਜਿਹੜਾ ਸਵਾਲ ਪੁੱਛਿਆ ਗਿਆ ਉਸ 'ਚ ਇਹ ਨਹੀਂ ਪੁੱਛਿਆ ਵੀ ਤੁਸੀਂ ਵੋਟਾਂ ਇਹਨਾਂ ਬੰਦਿਆਂ ਨੂੰ ਪਾਓਗੇ ਆ ਫਲਾਂ ਵੀ ਚੰਨੀ ਜੀ ਨੂੰ ਜਾਂ ਸਿੱਧੂ ਜੀ ਨੂੰ ਜਾਂ ਰੰਧਾਵਾ ਜੀ ਨੂੰ ਜਾਂ ਮਹਾਰਾਣੀ ਪ੍ਰਨੀਤ ਕੌਰ ਨੂੰ ਜਾਂ ਸੁਨੀਲ ਨੂੰ, ਕੁਛ ਨਹੀਂ। ਉਹਨਾਂ ਨੇ ਇੱਕ ਲਾਈਨ ਦਾ ਜਿਹੜਾ ਸਵਾਲ ਸੀਗਾ, ਮੇਰੇ ਖਿਆਲ 1 ਮਿੰਟ ਤਾਂ ਗੱਲ ਹੋਈ ਨਹੀਂ ਹੋਣੀ ਐਮਐਲਏ ਨਾਲ, ਉਹਨਾਂ ਨੇ ਇੱਕ ਗੱਲ ਪੁੱਛੀ ਫੋਨ ਮਿਲਾ ਕੇ, ਆਹ ਦੱਸੋ ਤੁਸੀਂ ਪੰਜਾਬ ਦਾ ਐਮਐਲਏ ਕਿਹਨੂੰ ਦੇਖਣਾ ਚਾਹੁੰਦੇ ਹੋ? ਸੀਐਮ, ਹਾਂ ਸੌਰੀ, ਪੰਜਾਬ ਦਾ ਸੀਐਮ ਕਿਹਨੂੰ ਦੇਖਣਾ ਚਾਹੁੰਦੇ ਹੋ? ਤੇ ਉਹਦੇ ਬਾਅਦ ਲੋਕਾਂ ਨੇ ਆਪਣੀ ਆਪਣੀ ਰਾਏ ਦਿੱਤੀ। ਇਹ ਜਿਹੜੇ 4-5 ਨਾਂ ਸਾਹਮਣੇ ਆਏ ਹੈ, ਉਹ ਲੋਕਾਂ ਦੀ ਆਪਣੀ ਐਮਐਲਏਜ਼ ਦੀ ਆਪਣੀ ਸੂਝ-ਬੂਝ ਦੇ ਨਾਲ, ਉਹਨਾਂ ਦਾ ਆਪਣਾ ਜਿਹੜੀ ਸੋਚ ਸੀਗੀ ਵੀ ਕਿਹੜਾ ਬੰਦਾ ਪੰਜਾਬ ਦੀ ਗੱਲ ਰੱਖ ਸਕਦਾ ਹੈ ਤਰੀਕੇ ਨਾਲ, ਸਾਰੇ ਪੰਜਾਬ ਨੂੰ ਇਕੱਠਾ ਲੈ ਕੇ ਚੱਲ ਸਕਦਾ ਹੈ, ਸਾਰੀ ਕਾਂਗਰਸ ਨੂੰ ਇਕੱਠਾ ਲੈ ਕੇ ਚੱਲ ਸਕਦਾ ਹੈ। ਉਹਦੇ ਵਿੱਚ ਮੈਨੂੰ ਇਸ ਗੱਲ ਦਾ ਬੜਾ ਫਖਰ ਹੈ ਸਾਹਿਬ। ਮੈਂ ਐਮਐਲਏ ਪਤਾ ਨਹੀਂ ਸੀਐਮ ਬਣਿਆ ਕਿ ਨਹੀਂ ਬਣਿਆ, ਪਰ ਮੈਂ ਇਸ ਗੱਲ ਦਾ ਮੈਨੂੰ ਬੜਾ ਫਖਰ ਹੈ ਵੀ ਮੈਨੂੰ 42
ਕਾਂਗਰਸ ਦੇ MLAs ਨੇ ਆਪਣਾ ਸਮਰਥਨ, ਆਪਣਾ ਵਿਸ਼ਵਾਸ ਮੇਰੇ 'ਚ ਵਿਅਕਤ ਕੀਤਾ ਵੀ ਆਹ ਜਿਹੜਾ ਸੁਨੀਲ ਜਾਖੜ ਹੈ ਆਹ CM ਬਣਨ ਦੇ ਅਸੀਂ ਕਾਬਲ ਸਮਝਦੇ ਹਾਂ। ਤੇ ਆਹ ਬੰਦਾ, ਕਿਉਂਕਿ ਉਹਨਾਂ ਨੇ ਹੋ ਸਕਦਾ ਮੇਰਾ ਕੰਮ ਬਤੌਰ ਲੀਡਰ ਆਫ ਆਪੋਜੀਸ਼ਨ ਜਾਂ ਬਤੌਰ PCC ਪ੍ਰੈਜ਼ੀਡੈਂਟ, ਉਹਨਾਂ ਨੇ ਦੇਖਿਆ ਵੀ ਆਹ ਬੰਦਾ ਜਿਹੜਾ ਹੈ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਹੈ, ਪੰਜਾਬ ਦੀ ਬਿਹਤਰੀ ਦੀ ਗੱਲ ਕਰਦਾ ਹੈ, ਪਾਰਟੀ ਦੀ ਬਿਹਤਰੀ, ਕਾਂਗਰਸ ਦੀ ਗੱਲ ਕਰਦਾ ਹੈ, ਕਾਂਗਰਸ ਦੇ ਵਰਕਰ ਦੇ ਨਾਲ ਖੜਦਾ ਹੈ। ਇਹ ਕੁਆਲਿਟੀਜ਼ ਨੂੰ ਦੇਖ ਕੇ ਉਹਨਾਂ ਨੇ ਸ਼ਾਇਦ 42 ਵੋਟਾਂ ਮੈਨੂੰ ਪਾਈਆਂ। ਤੇ ਮੈਨੂੰ ਤਾਂ ਇਸ ਗੱਲ ਦਾ ਹੀ ਬੜਾ ਮਾਣ ਹੈ ਵੀ ਸੁਨੀਲ ਮਾਤਰ ਤੂੰ ਨਾ MLA ਨਾ PCC ਪ੍ਰੈਜ਼ੀਡੈਂਟ, ਫਿਰ ਵੀ ਲੋਕ ਤੇਰੇ ਨਾਲ ਹੈ। ਮੈਂ ਤਾਂ ਸਾਰਿਆਂ ਨੂੰ ਬਾਰ-ਬਾਰ ਇੱਕੋ ਗੱਲ ਦੁਹਰਾ ਰਿਹਾ ਜਦੋਂ ਦਾ ਵੀ ਉਦੋਂ ਵੀ ਆ ਜਿਹੜੇ ਕੰਟੈਕਸਟ 'ਚ ਗੱਲ ਹੋਈ, ਜਿਹੜੀ ਵੀਡੀਓ ਕਹਿੰਦੇ ਵਾਇਰਲ ਹੋ ਗਈ, ਤੇ ਉਹਦੇ ਬਾਅਦ ਆ ਸੁਨੀਲ ਨੇ ਕਿੱਧਰ ਆ ਕੇ ਰੋੜਾ ਸਿੱਟਤਾ ਸਾਰੇ ਕੰਮ ਦੇ ਵਿੱਚ। ਬਿਲਕੁਲ ਨਹੀਂ ਸਾਹਿਬ, ਮੈਂ ਤਾਂ ਇਹਨੇ ਕਿਹਾ ਸੀ ਵੀ ਤੁਹਾਨੂੰ CM ਉਹ ਬਾਰ-ਬਾਰ ਕਰੀ ਜਾਂਦੇ, ਸਾਨੂੰ ਬੜਾ ਅਫਸੋਸ ਹੈ ਜੀ ਵੀ ਸਾਡਾ ਨੁਮਾਇੰਦਾ ਜਿਹੜਾ ਹੈ ਉਹ ਨਹੀਂ CM ਬਣ ਸਕਿਆ। ਮੈਂ ਕਾਹਦਾ ਤੁਹਾਡੇ ਕੋਲ ਹੈ, ਤੁਹਾਡਾ ਕਾਹਦਾ ਅਫਸੋਸ ਹੈ? ਪਹਿਲੀ ਗੱਲ ਤਾਂ ਆਪਾਂ ਜੇ ਇੰਨਾ ਅਫਸੋਸ ਸੀਗਾ ਤਾਂ ਆਪਾਂ ਜੇ MLA ਹੁੰਦੇ ਫਿਰ ਕੋਈ ਆਪਣਾ ਹੱਕ ਬਣਦਾ ਸੀਗਾ। ਦੂਜਾ, ਜੇ ਡਿਵੈਲਪਮੈਂਟ ਵਾਸਤੇ MLA ਬਣਨਾ ਹੈ, ਡਿਵੈਲਪਮੈਂਟ ਵਾਸਤੇ CM ਬਣਨਾ ਹੈ, ਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕੇ ਅਬੋਹਰ ਦੇ ਅੰਦਰ 750 ਕਰੋੜ ਰੁਪਏ ਲਵਾਏ ਹੈ। ਮੈਂ ਕਿਹਾ ਵੀ ਚੰਨੀ ਸਾਹਿਬ ਨੇ, ਮੈਂ ਖਬਰ ਰਿਪੋਰਟ ਕੀਤੀ ਸੀ, ਇੱਕ ਟ੍ਰਿਬਿਊਨ ਅਖਬਾਰ 'ਚ ਲੱਗੀ ਸੀਗੀ ਵੀ ਚੰਨੀ ਸਾਹਿਬ ਨੇ ਆਪਣੇ ਚਮਕੌਰ ਸਾਹਿਬ ਵਾਸਤੇ 1000 ਕਰੋੜ ਰੁਪਏ ਦੇ ਪ੍ਰੋਜੈਕਟ ਸੈਂਕਸ਼ਨ ਕੀਤੇ। ਮੈਂ ਕਿਹਾ ਅਫਸੋਸ ਕਰੋ 250 ਕਰੋੜ ਦਾ, ਵੀ ਆਪਾਂ 750 ਦਾ ਲਾਈ ਬੈਠੇ ਹਾਂ। ਜੇ CM ਨੂੰ ਹੱਥ ਪੈ ਜਾਂਦਾ ਤਾਂ ਫਿਰ ਮੈਂ ਪਤਾ ਨਹੀਂ 250 ਲਾਂਦਾ ਕਿ 2500 ਕਰੋੜ ਲਾਂਦਾ, ਉਹ ਤਾਂ ਅੱਗੇ ਦੀਆਂ ਗੱਲਾਂ। ਬਟ ਦੈਟ ਵਾਸ ਦਾ ਕੰਟੈਕਸਟ। ਇਸ ਕਰਕੇ ਨਾ ਹੀ ਕੋਈ ਰੇਸ ਸੀਗੀ, ਨਾ ਹੀ ਕੋਈ ਸੁਨੀਲ ਉਸ 'ਚ ਪਾਰਟਿਸਿਪੇਟ ਕਰ ਰਿਹਾ ਸੀਗਾ, ਨਾ ਹੀ ਸੁਨੀਲ ਕੁਆਲੀਫਾਈਡ ਸੀ। ਐਵੇਂ ਸਿੱਧੂ ਸਾਹਿਬ ਮਨ ਤੇ ਬੋਝ ਨਾ ਰੱਖਣ, ਮੈਂ ਤਾਂ ਉਦੋਂ ਵੀ ਨਹੀਂ ਸੀਗਾ MLA, ਨਾ ਹੀ ਮੈਂ ਹੁਣ ਕੰਟੈਸਟ ਕਰ ਰਿਹਾ। ਖੁੱਲਾ ਰੜਾ ਮੈਦਾਨ ਪਿਆ, ਜਿਹੜੇ ਭੱਜ ਲੈਣ, ਜਿਹੜੇ ਪੰਜਾਬ ਦੀ ਬਿਹਤਰੀ ਕਰ ਸਕਣ, ਉਸ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ। ਜਾਖੜ ਸਾਹਿਬ, ਇਸ ਦੇ ਵਿੱਚ ਸਭ ਤੋਂ ਜਿਹੜੀ ਇੰਟਰਸਟਿੰਗ ਚੀਜ਼ ਆਈ ਜਾਂ ਹੈਰਾਨ ਕਰਨ ਵਾਲੀ ਗੱਲ ਨਿਕਲ ਕੇ ਆਈ ਕਿ ਹਿੰਦੂ ਨੂੰ CM ਨਹੀਂ ਬਣਾਉਣਾ ਚਾਹੀਦਾ। ਕਿਉਂ ਪੰਜਾਬ ਦਾ CM ਹਿੰਦੂ ਨਹੀਂ ਹੋਣਾ ਚਾਹੀਦਾ ਕਾਂਗਰਸ ਦੇ ਮੁਤਾਬਿਕ, ਜਾਂ ਕਿਉਂ ਨਹੀਂ ਹੋ ਸਕਦਾ? ਫਿਰ ਉਹੀ ਗੱਲ, ਮੈਨੂੰ ਇਹਨਾਂ ਗੱਲਾਂ ਦਾ ਬੜੀ ਮੇਰੇ ਹੁਣ ਚੁੱਭਦੀਆਂ ਜਦੋਂ 3 ਦਿਨਾਂ ਤੋਂ ਆ ਜਿਹੜਾ ਭਾਮੜ ਮਚਿਆ ਵੀ ਸੁਨੀਲ ਨੇ ਇਹ ਕਹਿੰਦਾ। ਆਹ ਸਵਾਲ ਜਿਹੜਾ ਅੰਬਿਕਾ ਸੋਨੀ ਨੇ ਵੀ ਇਹ ਗੱਲ ਉਦੋਂ ਕਹੀ ਸੀਗੀ। ਐਗਜ਼ੈਕਟਲੀ ਸਾਹਿਬ, ਐਗਜ਼ੈਕਟਲੀ। ਇਹਦੇ ਵਿੱਚ ਕਿਹੜਾ ਰਾਜ਼ ਮੈਂ ਜ਼ਾਹਿਰ ਕਰਤਾ ਵੀ ਸੁਨੀਲ ਨੇ ਅੱਜ ਕੋਈ ਭੇਦ ਖੋਲਿਆ ਵੀ ਨਵਾਂ ਰਾਜ਼? ਤੁਹਾਡਾ ਨਾਮ ਸੀਗਾ, ਤੁਸੀਂ ਆਲਮੋਸਟ CM ਬਣ ਚੁੱਕੇ ਸੀਗੇ, ਕੰਸੈਂਸਸ ਸੀਗਾ, ਤੇ ਫਿਰ ਜਦੋਂ ਇਹ ਗੱਲ ਨਿਕਲ ਕੇ ਆਈ ਕਿ ਸਿੱਖ ਹੋਣਾ ਚਾਹੀਦਾ। ਐਗਜ਼ੈਕਟਲੀ। ਸੋ ਮੈਂ ਤਾਂ ਕੋਈ ਨਵੀਂ ਗੱਲ ਤਾਂ ਨਹੀਂ ਹੁਣ ਕਹੀ, ਮੈਂ ਤਾਂ ਉਹੀ ਗੱਲ ਕਹੀ। ਮੈਂ ਉਸ ਦਿਨ ਵੀ ਉੱਥੇ ਸਾਰੇ ਜਿਹੜੇ TV ਚੈਨਲ ਸੀ ਉਹਨਾਂ ਨੇ ਆ ਕੇ ਪੁੱਛਿਆ, ਮੈਂ ਕਿਹਾ ਮੈਨੂੰ ਇਸ ਗੱਲ ਦਾ ਮਲਾਲ ਨਹੀਂ ਵੀ ਸੁਨੀਲ ਜਾਖੜ CM ਬਣਿਆ ਕਿ ਨਹੀਂ ਬਣਿਆ। ਆਫ ਕੋਰਸ ਮੈਂ ਵੀ ਅੱਡਮਾਸ ਦਾ ਪੁਤਲਾ, ਮੇਰੇ ਵੀ ਫੀਲਿੰਗਸ ਹੈਗੀਆਂ, ਮੇਰੇ ਵੀ ਆਫ ਕੋਰਸ ਕਿਹੜਾ ਬੰਦਾ ਜਿਹੜਾ ਐਂਬੀਸ਼ਨਸ ਹੁੰਦੇ, ਮੇਰੇ ਵੀ ਐਂਬੀਸ਼ਨ, ਮੇਰੀ ਵੀ ਚੱਕ ਸੀ ਵੀ ਬਣ ਜੇ ਤਾਂ ਬਹੁਤ ਵਧੀਆ ਕੋਈ ਕੰਮ ਕਰਾਂਗੇ, ਲੋਕ ਯਾਦ ਰੱਖਣਗੇ, ਨਾਮ ਛੱਡ ਕੇ ਜਾਵਾਂਗੇ। ਪਰ ਉਹਨਾਂ ਨੇ ਇਹ ਗੱਲ ਕਹੀ ਮੋਦੋਂ ਕਿ ਮੈਂ ਕਿਹਾ ਕਾਂਗਰਸ ਦੀ ਸੋਚ ਨਹੀਂ, ਉਹਨਾਂ ਦੀ ਆਪ ਦੀ ਸੋਚ ਹੋ ਸਕਦੀ ਹੈ। ਉਹਨਾਂ ਨੂੰ ਸ਼ਾਇਦ ਆਪ ਦਾ ਕੋਈ ਵਹਿਮ ਹੋਣਾ ਵੀ ਤੁਹਾਨੂੰ ਸ਼ਾਇਦ ਹਿੰਦੂ ਹੋਣ ਕਰਕੇ ਨਹੀਂ CM ਬਣ ਸਕੇ ਹੋ। ਦੇਖੋ ਉਹ ਵੀ ਕਿੰਨੇ ਲੰਬੇ ਸਮੇਂ ਤੋਂ ਰਾਜਨੀਤੀ ਤੁਰੇ ਆ ਰਹੇ, ਮੈਨੂੰ ਤਾਂ ਯਾਦ ਨਹੀਂ, ਮੇਰੇ ਕੋਲ 40-50 ਸਾਲ 'ਚ ਰਾਜ ਸਭਾ 'ਚ ਬੈਠੇ, 35-40 ਸਾਲ ਤਾਂ ਉਹਨੂੰ ਰਾਜ ਸਭਾ 'ਚ ਹੋ ਗਏ। ਪਰ ਜਾਖੜ ਸਾਹਿਬ, ਤੁਹਾਡੇ ਸੁਨੀਲ ਜਾਖੜ ਦੇ ਲਈ ਜਦੋਂ 42 MLA ਵੋਟ ਕਰ ਦਿੰਦੇ ਆ, ਪਾਰਟੀ ਦੇ ਪ੍ਰਧਾਨ ਕਹਿੰਦੇ ਵੀ ਸਾਡਾ ਤੇ ਬਲਾਕ ਪ੍ਰਧਾਨ ਵੀ ਜਿਹੜਾ ਵੋਟਿੰਗ ਦੇ ਜ਼ਰੀਏ ਚੁਣਿਆ ਜਾਂਦਾ, ਫਿਰ ਉਹ 42 ਵੋਟ ਨਜ਼ਰਅੰਦਾਜ਼ ਕਿਵੇਂ ਹੋ ਗਏ ਤੇ 2 ਵੋਟਾਂ ਵਾਲੇ ਚਰਨਜੀਤ ਚੰਨੀ CM ਕਿਵੇਂ ਬਣ ਗਏ? ਇਹਦਾ ਮਤਲਬ ਜਿਹੜਾ ਭੇਦਭਾਵ ਆ ਕਿਤੇ ਉਹ ਤੇ ਪਾਰਟੀ ਹਾਈ ਕਮਾਂਡ ਵੀ ਕਰ ਗਈ। ਨਹੀਂ, ਪਾਰਟੀ ਹਾਈ ਕਮਾਂਡ ਦਾ ਤਾਂ ਮੈਂ ਸਮਝਦਾ ਬਹੁਤ ਵੱਡੀ ਸੋਚ ਦਾ ਪ੍ਰਗਟਾਵਾ ਰਾਹੁਲ ਜੀ ਨੇ ਕੀਤਾ। ਮੈਂ ਤਾਂ ਆਮ ਔਨ ਰਿਕਾਰਡ, ਤੇ ਮੈਂ ਤੁਹਾਡੇ ਰਾਹੀਂ ਫੇਰ ਦੁਹਰਾਉਣਾ ਚਾਹੂੰਗਾ, ਮੇਰੀ ਨਿਗਾਹ ਦੇ ਵਿੱਚ ਮੈਂ ਤਾਂ ਇੱਕ ਬੜਾ ਛੋਟਾ ਜਿਹਾ ਆਪਣੇ ਹੋਰ ਲੈਵਲ ਦਾ ਬੰਦਾ, ਨੈਸ਼ਨਲ ਲੈਵਲ ਤੇ ਮੈਂ ਨਹੀਂ ਸਮਝਦਾ ਵੀ ਕਿਹੜੀਆਂ ਹੋਰ ਜੋ ਉਹਨਾਂ ਨੇ ਗੱਲਾਂ ਕਹੀਆਂ, ਪਰ ਫੈਸਲਾ ਜਿਹੜਾ ਹੈ ਰਾਹੁਲ ਜੀ ਦਾ, ਆਹ ਫੈਸਲਾ ਵੀ ਇੱਕ SC ਪਰਿਵਾਰ ਦੇ, ਇੱਕ ਗਰੀਬ ਪਰਿਵਾਰ ਦੇ ਬੱਚੇ ਨੂੰ ਚੱਕ ਕੇ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ, ਆਹ ਉਹਨਾਂ ਦਾ ਇੱਕ ਇਤਿਹਾਸਿਕ ਫੈਸਲਾ ਸੀ ਉਹਨਾਂ ਦੇ ਪੋਲੀਟੀਕਲ ਕੈਰੀਅਰ ਦਾ। ਇਟ ਇਜ਼ ਅ ਮਾਈਲਸਟੋਨ ਵੀ ਐਡਾ ਵੱਡਾ ਫੈਸਲਾ ਕੋਈ ਤਗੜੇ ਜਿਗਰੇ ਵਾਲੇ ਲੈ ਸਕਦਾ। ਸਾਹਿਬ ਗੱਲਾਂ ਤਾਂ ਸਾਰੇ ਹੀ ਕਰਦੇ ਹੈ, ਗੱਲਾਂ ਤਾਂ ਅੱਜ ਤੁਸੀਂ ਬੜੇ ਆਏ ਹੋ ਮੌਕੇ ਤੇ। ਮੈਂ ਦੇਖ ਰਿਹਾ ਸੀ ਵੀ ਸਾਡੇ ਆਮ ਪਾਰਟੀ ਵਾਲੇ ਸਾਥੀਆਂ ਦੇ ਬੜੇ ਹੰਝੂ ਸਿੱਟ ਰਹੇ ਸੀਗੇ, ਓਏ ਹੋਏ ਸੁਨੀਲ ਜਾਖੜ ਨੂੰ ਨਹੀਂ ਬਣਾਇਆ। ਤੇ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਹਿੰਦੂ ਹੋਣ ਦੇ ਕਰਕੇ ਸੁਨੀਲ ਜਾਖੜ ਨੂੰ CM ਨਹੀਂ ਬਣਾਇਆ ਗਿਆ। ਟਵੀਟ ਵੀ ਕੀਤਾ, ਤੇ ਮੇਰੇ ਬਹੁਤ ਹੀ ਮੈਂ ਸਮਝਦਾ ਅਜ਼ੀਜ਼ ਇਹਨਾਂ ਦੀ, ਮੈਂ ਬੜੀ ਉਹਨਾਂ ਦੀ ਆਰਟੀਕੂਲੇਸ਼ਨ ਦੇ ਬੜਾ ਕਾਇਲ ਹਾਂ। ਰਾਘਵ ਚੱਡਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ। ਮੈਂ ਪੁੱਛਣਾ ਚਾਹੁੰਦਾ, ਫਿਰ ਜੇ ਐਡਾ ਪਿਆਰ ਉਹਨਾਂ ਨੂੰ ਜਾਗਿਆ ਸੀਗਾ ਹਿੰਦੂਆਂ ਪ੍ਰਤੀ, ਤਾਂ ਫਿਰ ਉਹਨਾਂ ਨੇ ਆ ਕਿਉਂ ਕਿਹਾ ਵੀ ਅਸੀਂ ਸਿੱਖ ਚਿਹਰਾ ਦੇਾਂਗੇ? ਸਭ ਇਹ ਬੀਜ ਤਾਂ ਇਹਨਾਂ ਦੇ ਬੋਏ ਹੋਏ ਹੈ। ਸਾਡੇ ਵਾਲੇ ਤਾਂ ਐਡਵਾਈਜ਼ਰ ਸਾਹਿਬਾਂ ਨੇ ਉੱਥੋਂ ਇੱਕ ਚਿੰਗਾਰੀ ਛੱਡੀ
ਤੇ ਘਿਓ ਇੱਥੇ ਪਾਉਣ ਵਾਲੇ ਉੱਥੇ ਵੀ ਬੈਠੇ ਹੈ, ਤੇ ਸਾਡੇ ਵਾਲੀ ਪਾਰਟੀ 'ਚ 3-4 ਬੰਦੇ ਹੈ, ਕੋਈ ਜ਼ਿਆਦਾ ਨਹੀਂ, ਕਿਹੜੇ 3-4 ਨੇ ਜਿਨ੍ਹਾਂ ਨੇ ਅਚਕਨਾਂ ਬਣਾ ਰੱਖੀਆਂ ਸੀਗੀਆਂ ਵੀ ਸਵੇਰੇ ਜਾ ਕੇ ਉੱਥ ਲੈ ਲੈਣੀ ਹੈ, ਉਹਨਾਂ ਨੇ ਜਾ ਕੇ ਉੱਥੇ ਇਸ ਗੱਲ ਨੂੰ ਚਿੰਗਾਰੀ ਦੇ ਉੱਤੇ ਘਿਓ ਪਾਤਾ, ਅੱਗ ਲੱਗ ਜੂਗੀ ਜੀ ਸੁਨੀਲ ਨੂੰ ਬਣਾਤਾ। ਉਹ ਪਤੰਦਰੋਂ ਮੈਂ ਤਾਂ ਤੁਹਾਡੇ ਨਾਲ ਕਿਵੇਂ ਅੱਗ ਕਿਵੇਂ ਲੱਗ ਜੂਗੀ? ਸੁਨੀਲ ਜਾਖੜ ਦੇ ਸੀਐਮ ਬਣਨ ਨਾਲ ਅੱਗ ਕਿਵੇਂ ਲੱਗ ਜਾਂਦੀ? ਪੰਜਾਬ ਦੇ ਵਿੱਚ 38-39% ਆਲਮੋਸਟ 40% ਹਿੰਦੂ ਵੋਟਸ ਹੈਗੇ ਨੇ, ਤੇ ਸੁਨੀਲ ਜਾਖੜ ਜੇ ਸੀਐਮ ਬਣਦੇ ਤੇ ਅੱਗ ਕਿਵੇਂ ਲੱਗਦੀ? ਮੈਨੂੰ ਤਾਂ ਪਤਾ ਨਹੀਂ ਸਭ ਕਿੰਨੇ ਪਰਸੈਂਟ ਹੈ, ਪਰ ਮੈਂ ਆਪਣੇ ਆਪ ਨੂੰ, ਜਿਵੇਂ ਅੰਬਿਕਾ ਸੋਨੀ ਜੀ ਆਪਣੇ ਆਪ ਨੂੰ ਸੈਕੰਡ ਕਲਾਸ ਸਿਟੀਜ਼ਨ ਸਮਝਦੇ ਹੋਣੇ ਵੀ ਇਸ ਕਰਕੇ ਉਹ ਮੁੱਖ ਮੰਤਰੀ ਨਹੀਂ ਬਣੇ ਜਾਂ ਨਹੀਂ ਬਣ ਸਕਦੇ ਸੀ, ਮੈਨੂੰ ਪੰਜਾਬੀਆਂ ਨੇ, ਪੰਜਾਬ ਨੇ ਕਦੇ ਵੀ ਇੱਕ ਵਾਰੀ ਇੰਨਾ ਵੀ ਅਹਿਸਾਸ ਨਹੀਂ ਹੋਣ ਦਿੱਤਾ ਵੀ ਮੈਂ ਕੋਈ ਸੈਕੰਡ ਕਲਾਸ ਸਿਟੀਜ਼ਨ ਹਾਂ। ਪੰਜਾਬ ਦੇ ਵਿੱਚ ਸੱਚ ਫਸਟ ਕਲਾਸ ਸੈਕੰਡ ਕਲਾਸ ਕੋਈ ਐਵਰੀ ਸਿਟੀਜ਼ਨ, ਹਰੇਕ ਸਿਟੀਜ਼ਨ ਪੰਜਾਬ ਦਾ ਫਸਟ ਕਲਾਸ ਸਿਟੀਜ਼ਨ ਹੈ ਸਭ। ਆਹ ਪੰਜਾਬ ਹੈ, ਆ ਗੁਰੂਆਂ ਪੀਰਾਂ ਦੀ ਧਰਤੀ ਹੈ, ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਬੇ ਮੂਲ ਮੰਤਰ ਹੈ ਸਭ। ਫੇਰ ਇਹ ਕਹਿੰਦੇ ਵੀ ਇੱਥੇ ਇਹਨਾਂ ਨੂੰ ਬਣ ਨਹੀਂ ਸਕਦਾ, ਨਹੀਂ ਬਣ ਸਕਦਾ। ਤੁਸੀਂ ਤਾਂ ਸਾਊਥ ਅਫਰੀਕਾ ਵਾਲੀ ਗੱਲ ਕਰੀ ਜਾਂਦੇ ਹੋ ਵੀ ਇੱਥੇ ਵੀ ਜਦੋਂ ਅੰਗਰੇਜ਼ ਸੀਗੇ ਬਾਹਰ ਕਹਿੰਦੇ ਸੀ ਵੀ ਇਸ ਕਲੱਬ ਮੇ ਹਿੰਦੁਸਤਾਨੀ ਨਹੀਂ ਘੁਸ ਸਕਦੇ। ਆਹ ਬੜਾ ਕਲੱਬ ਹੋ ਗਿਆ, ਸੀਐਮਸੀ ਵਾਲਾ ਵੀ ਇਹਦੇ ਵਿੱਚ ਤੁਹਾਨੂੰ। ਇਹ ਕਿਸੇ ਸਮੇਂ ਬ੍ਰਿਟਨ 'ਚ ਵੀ ਲਿਖਿਆ ਹੁੰਦਾ ਸੀ ਡੌਗਸ ਐਂਡ ਇੰਡੀਅਨਸ ਨਾਟ ਅਲਾਉਡ। ਮੈਂ ਉਹ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੁੰਦਾ, ਲਿਖਿਆ ਤਾਂ ਬਹੁਤ ਕੁਝ ਹੁੰਦਾ ਸੀ, ਉਹ ਲਿਖਿਆ ਹੁੰਦਾ ਸੀ। ਇੱਥੇ ਇਹਨਾਂ ਨੇ ਬੀਬੀ ਜੀ ਨੇ ਜਮਾਂ ਹੀ ਸਰੇਆਮ ਵੀ ਉਹਨਾਂ ਭੁੱਲ ਗਏ ਵੀ ਤੁਸੀਂ ਕਾਂਗਰਸ ਪਾਰਟੀ ਦੇ ਐਨ ਸਿਰੇ ਤੇ ਲੱਗੇ ਖੜੇ ਹੋ। ਤੇ ਅੱਜ ਜੇ ਕੱਲ ਜਾ ਕੇ ਪਾਰਲੀਮੈਂਟ ਦੇ ਵਿੱਚ ਜੇ ਬੀਜੇਪੀ ਇੱਕ ਸਵਾਲ ਚੱਕ ਦੇਵੇ ਸਾਹਿਬ ਵੀ ਦੱਸੋ ਜੀ ਵੀ ਉਸ ਕ੍ਰਾਈਟੀਰੀਆ ਨਾਲ ਉਹਨਾਂ ਨੇ ਆ ਕਿਹਾ ਸੀਗਾ, ਜੋ ਅੰਬਿਕਾ ਜੀ ਬੋਲ ਰਹੇ ਸੀ, ਮੇਰੇ ਉਸੇ ਟਾਈਮ ਬੜੀ ਸੁਣਕੀ, ਮੈਂ ਕਿਹਾ ਐਡੇ ਸਮਝਦਾਰ, ਬੜੇ ਸੂਝਵਾਨ, ਐਡਾ ਐਕਸਪੀਰੀਅੰਸ, ਗੱਲ ਐਡੀ ਕਹਿ ਗਏ। ਤੇ ਕੱਲ ਜੇ ਉੱਥੇ ਬੀਜੇਪੀ ਨੇ ਇੱਕ ਰੈਜ਼ੋਲੂਸ਼ਨ ਪਾਤਾ ਵੀ ਜੋ ਤੁਹਾਡੇ ਕਾਂਗਰਸ ਦੇ ਐਡੇ ਸੀਨੀਅਰ ਨੇਤਾ ਕਹਿ ਰਹੇ ਹੈ ਵੀ ਅਗਰ ਇਹਨਾਂ ਨੇ ਬਿਆਨ ਸੀਗਾ ਵੀ ਅਗਰ ਸਿੱਖ पंजाब में मुख्यमंत्री नहीं बनेंगे तो कहाँ बनेंगे हैं? स्टेटमेंट सी ना जी, मैं गलत मैं रोक दो, मैं कोई रेवोल्यूशन नहीं कर रहा, मैं पुरानी गल दोहरा रहा। तो जे सवेरे शब्द एक अद्धा अगे पीछे हो सकता पर कंटेक्स्ट यही सी। तो मैं कहूँ जे सवेरे है उत्थे खड़े हो के मोदी साहब कह देन भी हिंदुस्तान में अगर हिंदू चीफ मिनिस्टर प्राइम मिनिस्टर नहीं बनेगा तो कहाँ बनेगा, फिर की करोगे साहब? फिर सैकुलरिटी वाला फिर कॉन्स्टिट्यूशन से शब्द कट दोगे, इक्वलिटी का शब्द कट दोगे, फ्रेटर्निटी का शब्द कट दोगे। है इन्होंने किसी ने, मैडम ने प्रेम्बल नहीं पढ़िया, या नहीं सोचा भी बीजेपी वाले तो तैयार बैठे तुहानूं घड़ीसी फिरनगे भी जवाब देणगे साहब, किवें जवाब देओगे साहब? पर ਇਹਦੇ ਵਿੱਚ ਤੇ ਜਾਖੜ ਸਾਹਿਬ ਤੁਸੀਂ ਪ੍ਰੈਮਬਲ ਦਾ ਜ਼ਿਕਰ ਕੀਤਾ, ਫਿਰ ਤੇ ਪਾਰਟੀ ਨੂੰ ਦੱਸਣਾ ਚਾਹੀਦਾ ਨਾ, ਵੀ ਦਾ ਪੀਪਲ ਆਫ ਇੰਡੀਆ। ਦੈਟ ਆਮ ਸੇਇੰਗ ਸਬ ਦੈਟ ਵਾਟ ਆਮ ਸੇਇੰਗ ਵੀ ਉਹ ਜਿਹੜਾ ਫੈਸਲਾ ਸੀਗਾ ਰਾਹੁਲ ਜੀ ਦਾ, ਕਿਉਂ ਇਤਿਹਾਸਿਕ ਫੈਸਲਾ ਹੈ ਤੇ ਕਿਉਂ ਉਹਨਾਂ ਨੇ ਆ ਜਿਹੜਾ 42 ਐਮਐਲਏਜ਼ ਦੀ ਉਸ, ਕਿਉਂਕਿ ਇਹ ਜਿਹੜੇ ਇੱਥੇ 3-4 ਜਿਹਨਾਂ ਦੇ ਅਚਕਨਾਂ ਵਾਲੇ ਜਿਹੜੇ ਲੀਡਰ ਹੈ ਉਹਨਾਂ ਨੇ ਜਿਹੜਾ ਬਿਆਨ ਦਿੱਤਾ, ਜਿਹੜੀ ਉਹ ਉਹਨਾਂ ਨੇ ਲਾਈਨ ਚੱਕੀ ਦਿੱਲੀ ਵਾਲੀ, ਉਹਨੂੰ ਇਸਤੇਮਾਲ ਕਰਕੇ ਉਹਨਾਂ ਨੇ ਹਥਿਆਰ ਬਣਾ ਕੇ ਜਿਹੜਾ ਇਸਤੇਮਾਲ ਕੀਤਾ, ਉਹ 'ਚ ਇੱਕ ਬਹੁਤ ਹੀ ਸੈਂਸਿਟਿਵ ਇਸ਼ੂ ਵੀ ਪੰਜਾਬ ਦਾ ਭਾਈਚਾਰਕ ਸਾਂਝ ਖਤਮ ਹੋ ਜੂਗੀ ਤੇ ਇੱਥੇ ਦੰਗੇ ਫਸਾਦ ਹੋ ਜਾਣਗੇ, ਅੱਗ ਲੱਗ ਜੂਗੀ। ਇਹ ਰਾਹੁਲ ਜੀ ਵਾਸਤੇ ਆ ਜਿਹੜਾ ਇਸ਼ੂ ਹੈ ਬਹੁਤ ਸੈਂਸਿਟਿਵ ਇਸ਼ੂ ਹੈ ਸਾਹਿਬ, ਉਹ ਪੰਜਾਬ ਦੀ ਬਿਹਤਰੀ ਵਾਸਤੇ ਕਿ ਉਹਨਾਂ ਨੇ ਕਿਹਾ ਅਗਰ ਐਸੀ ਕੋਈ ਬਾਤ ਹੈ, ਕਿਉਂਕਿ ਐਡੇ ਸੀਨੀਅਰ ਲੀਡਰ ਜਿਹੜੇ ਸਾਰੇ ਮੂੰਹ ਧੋਈ ਫਿਰਦੇ ਸੀ ਵੀ ਸਵੇਰੇ ਅਚਕਨਾ ਪਾ ਲਾਂਗੇ, ਉਹ ਸੀਨੀਅਰ ਲੀਡਰ ਜਦੋਂ ਜਾ ਕੇ ਐਡੇ ਵੱਡੇ ਜਾ ਕੇ ਗੱਲ ਕਰਦੇ ਹੈ ਤੇ ਉਹਨਾਂ ਨੇ ਤੇ ਮਿਸਿਸ ਗਾਂਧੀ ਨੇ ਜਿਹੜੇ ਉਹਨਾਂ ਦਾ ਐਡਵਾਈਜ਼ਰ ਸਾਹਿਬਾ ਵੀ ਨਾਲ ਹੀ ਹੋਣੇ, ਉਹਨਾਂ ਨੇ ਬੈਠ ਕੇ ਰਾਹੁਲ ਜੀ ਨੇ ਕਿਹਾ ਵੀ ਅਗਰ ਐਸੀ ਕੋਈ ਗੱਲ ਹੈ ਆਪਾਂ ਰੱਤੀ ਭਰ ਵੀ ਇਹ ਜਾ ਕੋਈ ਕਿਸੇ ਨੂੰ ਮੌਕਾ ਨਹੀਂ ਦੇਣਾ ਵੀ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਜੇ, ਭਾਈਚਾਰਕ ਸਾਂਝ ਭੰਗ ਹੋ ਜੇ। ਉਹਨਾਂ ਨੂੰ ਪਤਾ ਸੀ ਵੀ ਸੁਨੀਲ ਬਣੇ ਨਾ ਬਣੇ, ਉਹ ਮੈਨੂੰ ਚੰਗੀ ਤਰ੍ਹਾਂ ਜਾਣਦੇ ਬਾਬੂ ਜੀ। ਇੱਥੇ ਵਾਲੇ ਲੋਕ ਸ਼ਾਇਦ ਮੇਰੇ ਕੁਲੀਗ ਮੈਨੂੰ ਨਹੀਂ ਪਛਾਣਦੇ, ਪਰ ਮੇਰੇ ਜਿਹੜੇ ਲੀਡਰ ਬੈਠਾ ਨਾ ਉਹ ਮੈਨੂੰ ਬਹੁਤ ਚੰਗੀ ਤਰ੍ਹਾਂ ਉਹਨੂੰ ਪਛਾਣਦੇ ਵੀ ਸੁਨੀਲ ਨੂੰ ਇਹਨਾਂ ਗੱਲਾਂ ਦਾ ਕੋਈ, ਉਹਨੇ ਕਿਹਾ ਸੁਨੀਲ ਕੋਈ ਬਾਤ। ਮਤਲਬ ਇਹਦਾ ਮਤਲਬ ਇਹ ਹੈਗਾ, ਇਹਦਾ ਮਤਲਬ ਇਹ ਵੀ ਹੈ ਜਾਖੜ ਸਾਹਿਬ ਕਿ ਪੰਜਾਬ ਦੇ ਵਿੱਚ ਇੱਕ ਜਿਹੜਾ ਜੱਟਿਜ਼ਮ ਹੈ, ਜੱਟਵਾਦ ਹੈ, ਉਹ ਪੰਜਾਬ ਕਾਂਗਰਸ ਦੇ ਵਿੱਚ ਵੀ ਭਾਰੂ ਹੈਗਾ। ਨਾ 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 ਕੱਲੇ ਜੱਟਾਂ ਨੂੰ ਨਾ ਲਵੇੜੀ ਜਾਓ ਤੁਸੀਂ, ਉਸ 'ਚ ਸਾਰੇ ਹੀ ਸੀਗੇ ਸਭ, ਉਸ 'ਚ ਜੈਚੰਦ ਵੀ ਸੀਗੇ, ਉਹਦੇ ਦੂਜੇ ਵੀ ਸੀਗੇ, ਤੇ ਆ ਜਿਹੜੇ ਨਾਮ ਲੈ ਰਹੇ ਸਾਰੇ ਹੀ ਸੀਗੇ। ਐਵੇਂ ਨਾ ਕਰੋ, ਨਾ 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 ਕੱਲੇ ਇੱਕ ਸਾਰੇ ਹੀ ਸੀਗੇ। ਇਹ ਆਲਰੇਡੀ ਇੱਕ ਕੌਮ ਨੂੰ ਇੱਕ ਟੀਕਾ ਕੱਢ ਚੁੱਕੇ ਆ ਵੀ ਆਪ ਚੀਫ ਮਿਨਿਸਟਰ ਬਣ ਨਹੀਂ ਸਕਦੇ, ਹੁਣ ਤੁਸੀਂ ਹੋਰਾਂ ਨੂੰ ਵੀ ਕਰੀ ਜਾਂਦੇ ਨਾ, ਇਹ ਨਹੀਂ, ਸਾਰੇ ਇਸ ਹਮਾਮ ਮੇ ਸਾਰੇ ਬਿਨਾਂ ਲੀੜਿਆਂ ਦੇ ਆ। ਇੱਥੇ ਜਦੋਂ ਖੁੱਲਣ ਲੱਗਦੀਆਂ ਨਾ ਲਾਲਚ ਵਾਲੀਆਂ ਪਰਤਾਂ, ਵੈਨ your lust for power that reflected ਸਾਹਿਬ, they could go so low, ਇੰਨਾ ਘਟੀਆ ਸਤਰ ਤਾਈਂ ਉਤਰ ਸਕਦੇ ਆ। ਉਹ ਮੇਰੇ ਤੋਂ ਹੁਣ ਜਦੋਂ ਸੁਨੀਲ ਜਾਖੜ ਹੋਣਾ ਨੇ ਇਲੈਕਸ਼ਨ ਨਹੀਂ ਲੜਿਆ, ਨਾ ਲੜਨ ਦਾ ਫੈਸਲਾ ਲਿਆ,
ਦੂਸਰਾ, ਤੁਸੀਂ ਚਰਨਜੀਤ ਚੰਨੀ ਦੇ ਦੁਬਾਰਾ ਸੀਐਮ ਕੈਂਡੀਡੇਟ ਹੋਣ ਦਾ ਸਮਰਥਨ ਕਰ ਦਿੱਤਾ। ਸੁਨੀਲ ਜਾਖੜ ਨੇ ਖੁਦ ਨੂੰ ਅਲੱਗ ਕਿਉਂ ਕਰ ਲਿਆ ਇਸ ਸਾਰੇ ਨੈਰੇਟਿਵ ਦੇ ਵਿੱਚੋਂ? ਸੀਐਮ ਕੈਂਡੀਡੇਟ ਦੇ ਨਾਮ ਦੀ ਦੌੜ ਤੋਂ ਹੀ ਵੱਖ ਕਰ ਲਿਆ। ਮਾਯੂਸ ਹੋ ਗਏ? ਕੀ ਹੋਇਆ? ਮੇਰੀ ਮਾਯੂਸੀ ਮੇਰੇ ਕਰਕੇ ਕੋਈ, ਮੈਂ ਤਾਂ ਕਹਿ ਮੇਰਾ ਤਾਂ ਸਫਲ ਹੋ ਗਿਆ ਸਾਹਿਬ। ਇੱਕ ਦੋ ਐਸੇ ਇਨਸਟੈਂਸਿਸ ਹੋਏ ਆ, ਉਹ ਜਿਹੜੇ ਇਨਸਟੈਂਸ ਹੈ ਮੈਂ ਅੱਜ ਦੀ ਤਰੀਕ 'ਚ ਕਹਿ ਨਹੀਂ ਸਕਦਾ, ਕਿਉਂਕਿ ਦੈਟ ਵਿਲ ਰਿਫਲੈਕਟ ਵੈਰੀ ਪੂਅਰਲੀ ਔਨ ਸਰਟਨ ਪੀਪਲ ਹੂ ਹੈਵ ਕਮ ਇਨ ਟੂ ਪਾਵਰ। ਉਹਦਾ ਮੈਂ ਕਹਿ ਨਹੀਂ ਸਕਦਾ, ਬਟ ਮੇਰੇ ਜ਼ਿੰਦਗੀ 'ਚ ਅਜੇ 2-3 ਮੁਕਾਮ ਹੀ ਆਏ ਆ ਜਦੋਂ ਮੈਨੂੰ ਬੜੀ ਐਨ ਇੱਥੇ ਤਾਈਂ ਸੰਤੁਸ਼ਟੀ ਹੋ ਗਈ ਵੀ ਵਾਕਈ ਜਿਹੜਾ ਜਾਖੜ ਸਾਹਿਬ ਦਾ ਨਾਮ ਚੌਲ ਸਾਹਿਬ ਛੱਡ ਕੇ ਗਏ ਸੀ, ਜਿਹੜੀ ਵਿਰਾਸਤ ਸੰਭਲਾਈ ਸੀ ਸੱਜਣ ਭਾਈ ਸਾਹਿਬ ਨੇ, ਉਹਨੂੰ ਮੈਂ ਵੱਟਾ ਨਹੀਂ ਲੱਗਣ ਦਿੱਤਾ, ਤੇ ਇਟ ਵਾਸ ਸੈਟੀਸਫਾਈਂਗ। ਬਟ ਦਿਸ ਵਾਸ ਅਨਦਰ ਮੂਮੈਂਟ ਆ ਜਿਹੜਾ ਸੀਗਾ ਵਿੱਚ 42 ਐਮਐਲਏ ਸਾਹਿਬ। ਕਿਉਂ ਫਿਰ ਇਸ ਤਰ੍ਹਾਂ, ਮਤਲਬ ਤੁਹਾਨੂੰ ਇਹ ਕਿਉਂ ਲੱਗਾ ਬਈ ਚਰਨਜੀਤ ਚੰਨੀ ਨੂੰ ਸਮਰਥਨ ਕਰਨਾ, ਨਵਜੋਤ ਸਿੱਧੂ ਨੂੰ ਨਹੀਂ ਕਰਨਾ? ਕਿਉਂ ਲੱਗਾ? ਸਮਰਥਨ ਨਹੀਂ, ਮੈਂ ਕਿਸੇ ਦੇ ਖਿਲਾਫ ਨਹੀਂ ਕੀਤਾ। ਮੈਂ ਇੱਕ ਪੋਲੀਟੀਕਲ, ਮੈਂ ਦੇਖੋ ਅੱਜ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਕਰ ਰਿਹਾ, ਮੈਂ ਇੱਕ ਪ੍ਰਿੰਸੀਪਲ ਜਿਹੜੀ ਗੱਲ ਹੈ, ਫੰਡਾਮੈਂਟਲ ਗੱਲ ਕਰ ਰਹੇ ਹਾਂ। ਅਭੀ ਤੁਸੀਂ 4 ਮਹੀਨੇ ਪਹਿਲਾਂ, 3.5-4 ਮਹੀਨੇ, ਸੈਪਟੈਂਬਰ 18 ਨੂੰ ਇੱਕ ਚੀਫ ਮਿਨਿਸਟਰ ਬਣਾਇਆ ਹੈ, ਤੇ ਚੀਫ ਮਿਨਿਸਟਰ ਕੋਈ ਖਿਡੌਣਾ ਤਾਂ ਹੈ ਨਹੀਂ ਸਾਹਿਬ ਵੀ ਕਿਸੇ ਨੂੰ ਫੜਾਤੀ ਆ ਪੋਸਟ ਵੀ ਲੈ ਵੀ ਤੇਰਾ ਜੀ ਲੱਗਿਆ ਰਹੂਗਾ, ਤੈਨੂੰ 2-4 ਮਹੀਨੇ ਖੇਲ ਲੈ ਫਿਰ ਦੂਜੇ ਨੂੰ ਫੜਾ ਦੇਾਂਗੇ। ਨਹੀਂ ਸਾਹਿਬ, ਉਹਨਾਂ ਨੇ ਬੜਾ ਸੋਚ ਸਮਝ ਕੇ, ਰਾਹੁਲ ਜੀ ਨੇ, ਮਿਸਿਸ ਗਾਂਧੀ ਨੇ ਇੱਕ ਫੈਸਲਾ ਲਿਆ, ਤੇ ਉਹਨੂੰ ਫਿਰ ਕੰਮ ਕਰਨ ਦਾ ਮੌਕਾ ਦਿਓ ਸਾਹਿਬ। ਅਸੀਂ ਤਾਂ ਹਾਈ ਕਮਾਂਡ ਦੇ ਫੈਸਲੇ ਦੇ ਉੱਤੇ ਫੁੱਲ ਚੜਾ ਰਹੇ ਹਾਂ ਸਾਹਿਬ, ਤੇ ਅੱਜ ਉਸ ਫੈਸਲੇ ਨੂੰ 4 ਮਹੀਨੇ ਬਾਅਦ ਬਦਲਦੇ ਹੋ, ਉਹਦਾ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ। ਚੀਫ ਮਿਨਿਸਟਰ ਦੀ ਜਿਹੜੀ ਪੋਜੀਸ਼ਨ ਹੈ, ਜਿਹੜੀ ਆ ਅਹੁਦਾ ਹੈ, ਆ ਇੱਕ ਸਭ ਇੱਕ ਕੋਈ ਖਿਡੌਣਾ ਨਹੀਂ ਸਭ। ਇਸ ਕਰਕੇ ਇਹ ਖੇਡਾਂ ਜੀ ਨਹੀਂ ਕਰ ਸਕਦੇ ਸਭ। ਗਲਤ ਹੈ, ਸਹੀ ਹੈ, ਤੁਸੀਂ ਬਣਾਤਾ ਤੇ ਉਹਦੇ ਨਾਲ ਦੈਨ ਯੂ ਡਿਫੈਂਡ ਇਟ, ਦੈਨ ਗਲਤ ਫੈਸਲੇ ਨੂੰ ਸਹੀ ਉਹਨੂੰ ਕਰੋ, ਸਹੀ ਚਲਾਓ, ਮਸਲੇ ਨੂੰ ਸਹੀ ਕਰਾਓ, ਕੋਈ ਗਲਤ। ਇਹਦਾ ਮਤਲਬ ਤੁਸੀਂ ਚਰਨਜੀਤ ਚੰਨੀ ਦੇ 2.5-3 ਮਹੀਨੇ ਦੀ 111 ਦਿਨਾਂ ਦੀ ਪਰਫਾਰਮੈਂਸ ਨੂੰ ਕਿਵੇਂ ਰੇਟ ਕਰਦੇ ਹੋ? ਇਜ਼ ਡਨ ਫੇਅਰਲੀ ਵੈਲ। ਮੈਂ ਆਈ ਐਮ ਔਨ ਰਿਕਾਰਡ, ਪਹਿਲਾਂ ਵੀ ਮੈਂ ਕਿਹਾ, ਹੁਣ ਮੈਂ ਫੇਰ ਦੁਹਰਾ ਰਿਹਾ। ਪਹਿਲੀ ਗੱਲ ਤਾਂ ਲੋਕਾਂ ਨੂੰ ਕੋਈ ਲੰਬੀ ਚੌੜੀ ਆਸ ਹੈ ਨਹੀਂ ਸੀਗੀ, ਕਿਉਂਕਿ ਉਹਨਾਂ ਨੇ 1.5 ਸਾਲ ਚੰਨੀ ਜੀ ਦਾ ਕੰਮ ਦੇਖਿਆ, ਜਿਸ ਤਰ੍ਹਾਂ ਉਹਨਾਂ ਨੇ ਉੱਥੇ ਅਸੈਂਬਲੀ ਦੇ ਵਿੱਚ ਬਤੌਰ ਲੀਡਰ ਆਫ ਆਪੋਜੀਸ਼ਨ ਕੰਮ ਕੀਤਾ, ਤਾਂ ਸਾਰਿਆਂ ਨੂੰ ਚਲੋ ਜੀ ਠੀਕ ਹੈ, ਫੈਸਲਾ ਕਰਤਾ, ਅੱਛੀ ਗੱਲ ਹੈ, ਫੈਸਲਾ ਹੋ ਗਿਆ। ਪਰ ਉਹਨਾਂ ਨੇ ਜਿਹੜੇ 3.5 ਮਹੀਨੇ 'ਚ ਮੌਕਾ ਮਿਲਿਆ, ਅੱਛੇ ਕੰਮ ਕੀਤੇ, ਕੋਈ ਜੀ ਗੱਲ ਨਹੀਂ। ਕਈ ਫੈਸਲੇ, ਹਰੇਕ ਫੈਸਲਾ ਕਿਸੇ ਦਾ ਵੀ ਸਹੀ ਨਹੀਂ ਹੁੰਦਾ, ਪਰ ਠੀਕ ਉਹਨਾਂ ਨੇ ਕੰਮ ਕੀਤਾ। ਸੋ ਦੈਟਸ ਵਾਈ, ਅਦਰਵਾਈਜ਼ ਮੈਂ ਨਾਲ ਆ ਵੀ ਕਿਹਾ ਵੀ ਇਸ ਹਾਈ ਕਮਾਂਡਸ ਪ੍ਰੈਰੋਗੇਟਿਵ। ਪਰ ਜੇ ਅੱਜ ਸਪੋਜ਼ ਕਰੋ ਦੋਵਾਂ ਦੇ ਨਾਮ ਲੈ ਰਹੇ ਹੈ, ਹਾਂ, ਮੈਂ ਇਹ ਪੁੱਛਣ ਲੱਗਾ ਸੀਗਾ, ਜਿਹੜੇ ਟੈਲੀਫੋਨਿਕ ਸਰਵੇ ਹੋ ਰਿਹਾ ਕਿ ਚਰਨਜੀਤ ਚੰਨੀ A ਦਬਾਓ, B 1 ਦਬਾਓ, 2 ਦਬਾਓ, ਜੇ ਸੁਨੀਲ ਜਾਖੜ ਨੂੰ ਇਹ ਫੋਨ ਆਵੇ ਕਿ ਚਰਨਜੀਤ ਚੰਨੀ ਜਾਂ ਨਵਜੋਤ ਸਿੱਧੂ ਲਈ ਵੋਟ ਕਰਨਾ, ਕਿਹਦੇ ਲਈ ਕਰੋਗੇ? ਮੈਂ ਵੋਟ ਕਿਸੇ ਲਈ, ਮੈਂ ਕਹੂੰਗਾ ਜੋ ਫੈਸਲਾ ਲਿਆ ਉਸ ਤੇ ਹੁਣ ਖੜੇ ਰਹੋ। ਐਵੇਂ ਨਹੀਂ ਵੀ ਰੋਜ਼ ਕਰਕੇ ਤੇ ਭੱਜੋ, ਛੱਡ ਦਿਓ, ਬਦਲ ਦਿਓ। ਨਹੀਂ ਸਾਹਿਬ, ਦੈਟ ਸ਼ੋਜ਼ ਲੈਕ ਆਫ ਕਮਿਟਮੈਂਟ ਔਨ ਯੋਰ ਪਾਰਟ, ਦੈਟਸ ਐਡਮਿਟਿੰਗ ਵੀ ਬਹੁਤ ਵੱਡੀ ਗਲਤੀ ਕਰ ਲਈ ਚੰਨੀ ਨੂੰ ਬਣਾ ਕੇ। ਕਿਉਂ ਸਾਹਿਬ, ਜਦੋਂ ਫਿਰ ਫੈਸਲਾ ਕਰਨ ਲੱਗੇ ਉਸੇ ਟਾਈਮ ਹੀ ਸਿੱਧੂ ਜੀ ਨੂੰ ਬਣਾ ਲੈਂਦੇ, ਕਿਸੇ ਨੇ ਨਹੀਂ ਰੋਕਿਆ ਸੀਗਾ। ਪਰ ਜਾਖੜ ਸਾਹਿਬ, ਨਵਜੋਤ ਸਿੱਧੂ ਅੱਜ ਵੀ ਕਹਿੰਦੇ ਨੇ ਕਿ ਪੰਜਾਬ 'ਚ 75-25 ਮਾਫੀਆ ਸਿਸਟਮ ਚੱਲ ਰਿਹਾ। ਉਹ ਕਹਿੰਦੇ ਬਦਲਾਵ ਜ਼ਰੂਰੀ ਹੈਗਾ। ਬਦਲਾਵ ਦਾ ਮਤਲਬ ਕੀ ਹੈ, ਉਹ ਖੁਦ ਨੂੰ ਪ੍ਰੈਜ਼ੈਂਟ ਵੀ ਕਰ ਰਹੇ ਇੱਕ ਢੰਗ ਦੇ ਨਾਲ। ਹੁਣ ਕਾਂਗਰਸ ਦੇ ਬਾਰੇ ਮੋਟਾ ਇਹ ਐਨਾਲਿਸਿਸ ਕੀਤਾ ਜਾ ਰਿਹਾ ਕਿ ਜੇ ਤੇ ਉਹ ਬਦਲਾਵ ਵੱਲ ਜਾਂਦੇ ਨੇ ਤਾਂ ਬਦਲਾਵ ਦੀ ਆਸ ਵਾਲਾ ਵੋਟ ਬੈਂਕ ਟੁੱਟਦਾ, ਜੇ ਉਹ ਬਦਲਾਵ ਵੱਲ ਨਹੀਂ ਜਾਂਦੇ, ਚੰਨੀ ਦੇ ਨਾਲ ਰਹਿੰਦੇ ਨੇ, ਤੇ ਇੱਕ ਚੰਨੀ ਜਿਹੜਾ ਇੱਕ ਆਪਣਾ ਇੱਕ ਵਰਗ ਵਿਸ਼ੇਸ਼ ਦਾ ਵੋਟ ਬੈਂਕ ਲੈ ਕੇ ਤੁਰੇ ਦੇ ਨੇ, ਉਹ ਟੁੱਟਦਾ। ਤੁਹਾਨੂੰ ਲੱਗਦਾ ਹੈ ਕਾਂਗਰਸ ਸਿਚੁਏਸ਼ਨ 'ਚ ਹੈਗੀ? ਮੈਂ ਇਸ ਗੱਲ ਨਾਲ ਮੇਰਾ ਇੰਨਾ ਕਿ ਇੱਕ ਉਸ 'ਚ ਡਿਫਰੈਂਸ ਆਫ ਓਪੀਨੀਅਨ ਹੈ ਸਿੱਧੂ ਜੀ ਨਾਲ, ਵੀ ਸਿੱਧੂ ਜੀ ਜਿਹੜੀ ਗੱਲ ਤੇ ਹੁਣ ਖੜੇ ਹੈ, ਆ ਜਿਹੜੀ ਗੱਲ ਕਹਿ ਰਹੇ ਹੈ, ਫਿਰ ਉਹਨਾਂ ਨੇ ਉਸ ਟਾਈਮ ਕਿਉਂ ਨਹੀਂ ਕਿਹਾ ਜਦੋਂ ਉਹਨਾਂ ਨੇ ਫੈਸਲਾ ਕਰਤਾ ਚੰਨੀ ਜੀ ਵਾਲਾ? ਉਸੇ ਟਾਈਮ ਕਹਿ ਦਿੰਦੇ ਜੀ ਆ ਗਲਤ ਹੋ ਰਿਹਾ ਜੀ, ਉਸ ਟਾਈਮ ਕਹਿ ਦੇ ਨਹੀਂ ਸਾਹਿਬ ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਜੇ ਅੱਜ ਉਹਨਾਂ ਨੂੰ 75-25 ਲੱਗ ਰਿਹਾ ਸੀਗਾ, ਫਿਰ ਜਦੋਂ ਅੰਮ੍ਰਿਤਸਰ ਤੋਂ ਚੱਲ ਕੇ ਜਲੰਧਰ ਤਾਈਂ ਆਏ ਹੈ ਸਿੱਧੂ ਸਾਹਿਬ, ਫਿਰ ਉਹਨਾਂ ਨੇ ਆਹ ਕਿਉਂ ਕਹਿਤਾ ਜੀ ਤੁਸੀਂ ਕੋਈ ਵੀ ਫੈਸਲਾ ਕਰ ਦਿਓ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਦੈਨ ਹੀ ਸ਼ੁੱਡ ਹੈਵ ਸੈਡ ਨਹੀਂ ਜੀ, ਆ ਜਿਹੜਾ 75-25 ਚੱਲ ਰਿਹਾ, ਦੇਖਿਓ ਕਿਤੇ ਆ ਨਾ, ਇਹਨੂੰ ਨਾ ਮੌਕਾ ਦਿਓ। ਵਾਈ ਡਿਡਨਟ ਹੀ ਸੇ ਦੈਟ? ਪਰ ਇਹ ਕਿਉਂਕਿ ਕੰਟਰਾਡਿਕਟਰੀ ਹੈ ਪਾਰਟੀ ਦੇ ਅੰਦਰ। ਤੁਸੀਂ ਕਹਿ ਰਹੇ ਹੋ ਕਿ ਚਰਨਜੀਤ ਚੰਨੀ ਨੇ 111 ਦਿਨਾਂ 'ਚ ਠੀਕ ਕੀਤਾ, ਸਟੇਟ ਪ੍ਰੈਜ਼ੀਡੈਂਟ ਕਹਿੰਦੇ ਨੇ ਕਿ ਮਾਫੀਆ ਸਿਸਟਮ ਚੱਲ ਰਿਹਾ ਉਸੇ ਤਰ੍ਹਾਂ ਦੇ ਨਾਲ। ਇਨਫੋਰਮੇਸ਼ਨ ਮੇਰੇ ਤੋਂ ਜ਼ਿਆਦਾ ਹੈ ਸਾਹਿਬ, ਮੈਂ ਉਸ ਪੋਜੀਸ਼ਨ 'ਚ ਨਹੀਂ ਬੈਠਾ। ਅੱਜ ਲੋਕ ਕਿੱਥੇ ਕੋਈ ਜਾਂਦੇ ਉਹਨਾਂ ਕੋਲ, ਇਹ ਉਹ ਆ ਪੰਜਾਬ ਹੈ,
ਮੈਂ ਤੁਹਾਨੂੰ ਦੱਸਾਂ, ਇੱਥੇ ਰਿਟਾਇਰ ਪਟਵਾਰੀ ਨੂੰ ਕੋਈ ਚਾਹ ਨਹੀਂ ਪਿਆਂਦਾ ਤੇ ਜਿਹੜਾ ਉਤਰਿਆ ਬੰਦਾ ਹੋਏ ਨਾ ਐਮਐਲਏ ਨਾ ਪੀਸੀ ਪ੍ਰੈਜ਼ੀਡੈਂਟ, ਉਹਨੂੰ ਕਿਹਨੇ ਆ ਕੇ ਇਨਫੋਰਮੇਸ਼ਨ। ਸੁਨੀਲ ਜਾਖੜ ਇਦਾਂ ਨਹੀਂ ਨਾ ਹੈਗਾ। ਸੁਨੀਲ ਜਾਖੜ ਜੇ ਰਿਟਾਇਰ ਹੋ ਗਏ ਆ ਤੇ ਉਹ ਸੀਐਮ ਦੇ ਲਈ ਕੰਸੀਡਰ ਹੋ ਰਹੇ, ਇਹ ਗੱਲ ਉਹ ਨਹੀਂ ਹੈਗੀ। ਮੈਂ ਜਾਖੜ ਸਾਹਿਬ ਇਹਦੇ ਵਿੱਚ ਇਹ ਵੀ ਜਾਣਨਾ ਚਾਹਨਾ, ਇੱਕ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਅੱਜ ਇੱਕ ਗੱਲ ਕਹੀ ਹੈ, ਕਹਿੰਦੇ ਕਿ ਉੱਪਰ ਵਾਲੇ ਚਾਹੁੰਦੇ ਆ ਕਿ ਇੱਕ ਕਮਜ਼ੋਰ ਸੀਐਮ ਬਣੇ ਜਿਹੜਾ ਉਹਨਾਂ ਦੀ ਤਾਲ ਤੇ ਤਾਥਾ ਨੱਚ ਸਕੇ। ਇਹਦਾ ਮਤਲਬ ਕੀ ਹੈ? ਉਹ ਤਾਂ ਚਰਨਜੀਤ ਚੰਨੀ ਦੇ ਵੱਲ ਝੁਕਾਵ ਹੋ ਰਿਹਾ। ਉਹਨਾਂ ਦੀਆਂ ਮਤਲਬ ਉਹ ਹੀ ਸਮਝਣ ਸਾਹਿਬ, ਉਹ ਜਿਹੜੀ ਬੋਲਦੇ ਹੈ ਮੇਰੇ ਤਾਂ ਛੋਟੇ ਦਿਮਾਗ 'ਚ ਪੂਰੀਆਂ ਪੈਂਦੀਆਂ ਨਹੀਂ ਕੀ ਕਹਿ ਰਹੇ ਆ, ਉਹ ਹੀ ਐਕਸਪਲੇਨ ਕਰ ਸਕਦੇ ਆ। ਪਰ ਮੈਂ ਸਮਝਦਾ ਵੀ ਆਹ ਗੱਲਾਂ ਉਹਨਾਂ ਨੇ ਜਲੰਧਰ ਸਟੇਜ ਤੇ ਚੜ੍ਹਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀਗਾ। ਮੇਰਾ ਇੱਕ ਲੌਜਿਕ ਜਿਹੜਾ ਮੈਂ ਦੇ ਰਿਹਾ ਜਦੋਂ ਮੈਂ ਕਹਿੰਦਾ ਵੀ ਹੁਣ ਬਦਲਣਾ ਨਹੀਂ ਚਾਹੀਦਾ, ਦੈਟ ਆਈ ਹੈਵ ਫੈਕਟਰਡ ਇਨ ਉਸ ਸਾਰੇ ਫੈਸਲੇ 'ਚ ਮੇਰੇ 'ਚ ਮੈਂ ਆ ਕਿਹਾ ਵੀ ਕਿਉਂਕਿ ਮੈਂ ਸਿੱਧੂ ਸਾਹਿਬ ਦੀ ਜ਼ਬਾਨ ਤੇ ਯਕੀਨ ਕਰ ਰਿਹਾ ਵੀ ਉਹਨਾਂ ਨੇ ਸਟੇਜ ਤੇ ਖੜ ਕੇ ਕਹਿੰਦਾ ਰਾਹੁਲ ਜੀ ਤੁਸੀਂ ਫੈਸਲਾ ਜੋ ਵੀ ਕਰੋਗੇ ਮੈਨੂੰ ਮਨਜ਼ੂਰ ਹੈ। ਫਿਰ ਕਿੰਤੂ ਪਰੰਤੂ ਕਿਉਂ ਸਾਹਿਬ? ਮੈਂ ਜਦੋਂ ਕਹੀ ਜਾਂ ਨਾ ਵੀ ਮੇਰੇ ਚਾਹੇ ਡਿਫਰੈਂਸਿਸ ਰਹੇ ਹੋਣੇ, ਮੈਂ ਕਹਿੰਦਾ ਵੀ ਠੀਕ ਹੈ ਤੁਸੀਂ ਫੈਸਲਾ ਕਰਦਾ, ਮੌਕਾ ਦਿਓ, ਕੰਮ ਕਰਨ ਦਿਓ। ਜੇ ਮੇਰੀ ਨਹੀਂ ਤਾਲ ਕਿਸੇ ਨਾਲ ਲੜਦੀ, ਦੈਟ ਡਜ਼ਨਟ ਮੀਨ ਵੀ ਮੈਂ ਪਾਰਟੀ ਦਾ ਨੁਕਸਾਨ ਕਰਾ ਦਿਆਂ। ਵੀ ਠੀਕ ਹੈ ਪਾਰਟੀ ਨੇ ਫੈਸਲਾ ਕਰ ਲਿਆ, ਚੰਗੇ ਮਾੜੇ ਸਾਰੇ ਹੁੰਦੇ, ਕੋਈ ਹਰੇਕ 'ਚ ਨੁਕਸ ਸਾਰੇ, ਕਿਸੇ 'ਚ ਕੋਈ ਪਰਫੈਕਟ ਤਾਂ ਕੋਈ ਵੀ ਨਹੀਂ ਹੈ ਜੀ। ਪੂਰਨ ਨਾਮ ਤਾਂ ਪਰਮੇਸ਼ਵਰ ਦਾ ਹੈ, ਪੂਰਨਪਨ ਤਾਂ ਕੋਈ ਨਹੀਂ ਹੁੰਦਾ। ਪਰ ਠੀਕ ਹੈ ਜਿਹੜਾ ਮੌਕਾ ਮਿਲਿਆ ਦਿਓ, ਮੌਕਾ ਨਹੀਂ ਹੋਇਆ ਤਾਂ ਤੁਸੀਂ ਫੈਸਲਾ ਜਿਹੜਾ ਹੁਣ ਕਰਨ ਲੱਗੇ ਹੋ 1.5 ਸਾਲ 2 ਸਾਲ ਬਾਅਦ ਕਰਕੇ ਦੇਖੋ। ਪਰ ਇਹ ਤੇ ਜਾਖੜ ਸਾਹਿਬ ਦੋਨਾਂ ਦੇ ਲਈ ਨਾ, ਚਾਹੇ ਚਰਨਜੀਤ ਚੰਨੀ ਹੋਣ ਇੱਕ ਪਾਸੇ, ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਹੋਣ, ਜਦੋਂ ਉਹ ਗੱਲ ਕਹਿੰਦੇ ਨੇ ਕਿ ਨਹੀਂ ਤੁਸੀਂ ਸੀਐਮ ਅਨਾਉਂਸ ਕਰੋ, ਕਾਂਗਰਸ ਇਸ ਤਰ੍ਹਾਂ ਦੇ VOTING ਸਰਵੇਸ 'ਚ ਨਹੀਂ ਕਰਾਉਂਦੀ। ਇਹਦਾ ਮਤਲਬ ਇਹ ਹੈ ਕਿ ਕਮਾਂਡ ਤੇ ਪ੍ਰੋਪਰਲੀ ਦੋਨੋਂ ਤਰ੍ਹਾਂ ਨਹੀਂ ਮੰਨ ਰਹੀਆਂ। ਨਹੀਂ ਮੇਰਾ ਫਿਰ ਵੀ ਮੈਂ ਸਮਝਣਾ ਹੋਏ ਫੈਸਲੇ ਤੇ ਮੈਂ ਕੋਈ ਕਮੈਂਟ ਕਰਾਂ। ਮੇਰਾ ਅਗਰ ਉਸ ਟਾਈਮ ਹੀ ਪੁੱਛ ਲੈਂਦੇ ਜਦੋਂ ਇਹਨਾਂ ਦੋਨੋਂ ਬੰਦਿਆਂ ਦੇ ਉਸ 'ਚ ਪ੍ਰਭਾਵ 'ਚ ਆ ਕੇ ਰਾਹੁਲ ਜੀ ਨੇ ਉੱਥੇ ਕਿਹਾ ਵੀ ਅਗਰ ਦੋਨੋਂ ਕਹਿ ਰਹੇ हैं तो मेरे को क्या करवा देंगे, ਪ੍ਰੈਸ਼ਰਾਈਜ਼ ਕਰ ਲਿਆ ਇਹਨਾਂ ਨੇ। ਪ੍ਰੈਸ਼ਰ ਨਹੀਂ, ਉਹਨਾਂ ਨੇ ਫੇਥ ਹੈ ਜੀ, ਹੀ ਬਿਲੀਵਸ ਇਨ ਹਿਜ਼ ਲੀਡਰਸ਼ਿਪ। ਦੇਖੋ ਉਸ ਬੰਦੇ ਨੇ ਮੌਕਾ ਦਿੱਤਾ ਇਹਨਾਂ ਨੂੰ, ਹੀ ਹੈਜ਼ ਪੁੱਟ ਹਿਜ਼ ਟਰਸਟ ਇਨ देयर डिसीजन मेकिंग एबिलिटी। ਵੀ ਦੋਨੋਂ ਕਹਿ ਰਹੇ ਸੀ ਵੀ ਅਸੀਂ ਦੋਨੋਂ ਚਾਹੁੰਦੇ ਹਾਂ, ਆਹ ਗੱਲ ਉਹਨਾਂ ਨੇ ਕਿ ਦੋनों ने मेरे को कहा हम दोनों चाहते हैं। उन्होंने क्या ये लोग कह रहे हैं पंजाब चाहता है, पंजाब की जनता चाहती है, हमारे वर्कर चाहते हैं, और अपोजिशन ने कर दिया आप कर दो, जिसको भी करोगे हम उसके साथ हैं। फिर की रौला रह गया जी, फिर कर दो, फिर उत्थे कर देंगे। ही शुड नॉट मेरा मनना भी एज ए लीडर जिस तरह उन्होंने एडा वड्डा फैसला लिया भी कौन कहता भी पंजाब के अंदर एक SC या गरीब का बच्चा नहीं बन सकता, कौन कहता जट सिख वाली गल उन्होंने बनाता ठा देने जी। ਆਪੋਜੀਸ਼ਨ ਤੇ ਸਾਰੀ ਕਹਿ ਰਹੀ ਵੀ ਗਰੀਬ ਦਾ ਬੱਚਾ ਨਹੀਂ ਹੈ, ਕਰੋੜਾਂ ਰੁਪਏ ਰਿਸ਼ਤੇਦਾਰਾਂ ਕੋਲ ਮਿਲ ਜਾਂਦੇ ਆ, ਇਹ ਗਰੀਬ ਦਾ ਬੱਚਾ ਨਹੀਂ ਹੈ, ਕਹਿਣ ਦੀਆਂ ਗੱਲਾਂ ਨੇ। ਹੋ ਸਕਦਾ ਹੈ ਅਮੀਰ ਰਿਸ਼ਤੇਦਾਰ ਦਾ ਗਰੀਬ ਮਾਮਾ ਹੋਵੇ, ਕੋਈ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਲੱਗਦਾ। ਪਰ ਸਟਿਲ ਮੇਰਾ ਮੰਨਣਾ ਹੈ ਵੀ ਫੈਸਲਾ ਜੋ ਕੁਝ ਹੋ ਰਿਹਾ ਨਾ, ਇਹਦੇ ਨਾਲ ਜਿਹੜਾ ਅੱਜ ਦੇ ਸਿਟਿੰਗ ਚੀਫ ਮਿਨਿਸਟਰ ਹੂਸੋਐਵਰ, ਅਗਰ ਪਹਿਲਾਂ ਸਿੱਧੂ ਸਾਹਿਬ ਦਾ ਹੁੰਦਾ ਉਹ ਹੋ ਜਾਂਦਾ, ਤੇ ਅੱਜ 4 ਮਹੀਨੇ ਬਾਅਦ ਫਿਰ ਚੰਨੀ ਸਾਹਿਬ ਪੁੱਛਣ ਲੱਗ ਜਾਂਦੇ ਵੀ ਆ ਕੀ ਬਣਾਇਆ ਜੀ, ਸਾਰਾ ਟੱਬਰ ਖਿਲਰੀ ਜਾਂਦਾ, ਫਿਰ ਕੀ ਬਣਦਾ ਸਾਹਿਬ। ਦੈਨ ਹਾਊ ਸਿੱਧੂ ਸਾਹਿਬ ਵੁੱਡ ਹੈਵ ਫੈਲਟ। ਉਹਨਾਂ ਨੇ ਇਹ ਕਹਿਣਾ ਸੀ ਵੀ ਮੈਨੂੰ ਟਾਈਮ ਤਾਂ ਦਿਓ। ਦੈਟਸ ਦ ਸੇਮ ਸਟੋਰੀ ਸਾਹਿਬ। ਪਰ ਜਦੋਂ ਜਾਖੜ ਸਾਹਿਬ ਇਸ਼ੂਜ਼ ਤੋਂ ਲੈ ਕੇ ਚਿਹਰਿਆਂ ਤੇ ਪੋਲਿਟਿਕਸ ਸ਼ਿਫਟ ਹੋ ਗਈ ਕਿ ਚਿਹਰਾ ਆ ਹੋਏਗਾ ਜਾਂ ਆ ਹੋਏਗਾ, ਤੁਹਾਨੂੰ ਲੱਗਦਾ ਕਿ ਇਸ ਦੌਰ ਦੇ ਵਿੱਚ ਜਦੋਂ ਸੀਐਮ ਦੇ ਰਿਸ਼ਤੇਦਾਰ ਦੇ ਰੇਡ ਪੈਂਦੀ ਹੈ, ਹੁਣ ਕੱਲ ED ਨੇ ਅਰੈਸਟ ਕਰ ਲਿਆ, ਇਹਦੇ ਨਾਲ ਸੀਐਮ ਦੇ ਕੈਂਡੀਡੇਟ ਅਨਾਉਂਸ ਹੋਣ ਤੋਂ ਪਹਿਲਾਂ ਡੈਮੇਜ ਹੋ ਰਹੀ ਉਹ ਵਾਲੀ ਕੁਰਸੀ, ਜਾਂ ਇਮੇਜ ਖਰਾਬ ਹੋ ਰਹੀ ਹੈ, ਜਾਂ ਪਰਸੈਪਸ਼ਨ ਬਣ ਰਹੀ ਹੈ ਕਿ ਕਾਂਗਰਸ ਦੇ ਜਿਹਨੂੰ ਸੀਐਮ ਕੈਂਡੀਡੇਟ ਬਣਾਉਣਾ ਚਾਹੁੰਦੀ ਹੈ ਉਹਦੇ ਇਰਦ ਗਿਰਦ ਕਰਪਸ਼ਨ ਦਾ ਘੇਰਾ ਜਾਂ ਕਰਪਸ਼ਨ ਦੇ ਐਲੀਗੇਸ਼ਨ ਘੁੰਮ ਰਹੇ ਆ? ਇਨ ਨਾਰਮਲ ਸਰਕਮਸਟੈਂਸਿਸ ਯੈਸ, ਬਟ ਅੱਜ ਜਦੋਂ ਇਲੈਕਸ਼ਨ ਚੱਲ ਰਿਹਾ, ਇਲੈਕਸ਼ਨ ਪ੍ਰੋਸੈਸ ਚੱਲ ਰਿਹਾ, ਈਵਨ ਸੁਪਰੀਮ ਕੋਰਟ ਨੇ ਵੀ ਡਰੱਗ ਵਰਗੇ ਮਸਲੇ ਦੇ ਅੰਦਰ ਆਹ ਕਹਿ ਕੇ ਫੈਸਲਾ ਆਪਣਾ ਟਾਲਤਾ ਵੀ ਇਲੈਕਸ਼ਨ ਤੇ ਪ੍ਰਭਾਵ ਨਾ ਪਵੇ, ਵੀ ਆ ਇਲੈਕਸ਼ਨ ਇਲੈਕਟੋਰਲ ਉਹਦੇ ਨਾਲ ਇਨਫਲੂਐਂਸ ਨਾ ਹੋਵੇ, ਇਸ ਕਰਕੇ ਲੈਟਸ ਵੇਟ ਵੀ ਅਸੀਂ 23 ਜਾਂ 24 ਤਰੀਕ ਤਾਈਂ ਇਹਨਾਂ ਨੂੰ ਛੂਟ ਦੇ ਦਿੰਦੇ ਆ। ਤੇ ਉਹਨਾਂ ਹਾਲਾਤਾਂ 'ਚ ਇਨਫੋਰਸਮੈਂਟ ਡਾਇਰੈਕਟਰੇਟ ਜਿਹੜੇ ਪਰਚੇ 'ਚ ਜਿਹੜਾ ਕੇਸ ਹੈ ਰਜਿਸਟਰ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਾਟੀਆ ਜੀ, ਆ ਜਦੋਂ ਫੋਟੋਗ੍ਰਾਫ ਲਈ ਗਈ ਸੀ ਉਹ ਜਿਹੜੀ ਹੈ ਹੈਲੀਕਾਪਟਰ 'ਚੋਂ ਕੈਪਟਨ ਸਾਹਿਬ ਨੇ ਜਿਹੜੀ ਫੋਟੋ ਲਈ ਸੀ, ਤੇ ਉੱਥੇ ਵੱਡੀਆਂ JCB ਨਹੀਂ, ਉਹ ਦੂਜੀਆਂ ਜਿਹੜੀਆਂ ਕੀ ਕਹਿੰਦੇ ਉਹਨਾਂ ਨੂੰ ਸਮਦਰ ਨੇ, ਉਹ ਜਿਹੜੀ ਵੱਡੀ ਮਸ਼ੀਨਾਂ ਲੱਗੀਆਂ ਸੀਗੀਆਂ, ਉਹ ਫੋਟੋ ਜਦੋਂ ਲਈ ਹੈ ਮੈਂ ਉਹਦੇ ਨਾਲ ਜਾ ਰਿਹਾ ਸੀ ਕੈਪਟਨ ਸਾਹਿਬ ਦੇ ਐਜ਼ ਏ PCC ਪ੍ਰੈਜ਼ੀਡੈਂਟ। 4 ਬੰਦੇ ਸੀ ਅਸੀਂ ਚੌਪਰ 'ਚ, ਕੈਪਟਨ ਸਾਹਿਬ, ਮੈਂ,
ਉਹਨਾਂ ਦੇ ਮੀਡੀਆ ਐਡਵਾਈਜ਼ਰ ਰਵੀਨ ਠਕਰਾਲ ਤੇ ਖੂਬੀ ਰਾਮ ਉਹਨਾਂ ਦੇ ਜਿਹੜੇ ਸਿਕਿਉਰਿਟੀ ਇੰਚਾਰਜ। ਤੇ ਜਦੋਂ ਉੱਤੋਂ ਨਿਕਲੇ ਮੈਂ ਕਿਹਾ ਜਾ ਦੇਖੋ, ਉਹਨਾਂ ਨੇ ਗੌਰ ਨਹੀਂ ਕੀਤਾ, ਉਹ ਹੈਲੀਕਾਪਟਰ ਤੋਂ ਉਤਰਿਆ ਨਿਕਲ ਗਿਆ 1 ਮਿੰਟ 'ਚ। ਮੈਂ ਕਿਹਾ ਜੀ ਆਪਾਂ ਮੋੜੀਏ ਤੇ ਮੈਂ ਦੇਖੋ ਸਰੇਆਮ ਹੋ ਰਿਹਾ ਆਪਣੇ ਤੁਹਾਡੇ ਰਾਜ ਦੇ ਅੰਦਰ। ਕਹਿੰਦਾ ਆ ਦੇਖ ਲੈ। ਮੈਂ ਨਹੀਂ ਮੋੜ ਕੇ ਲਿਆਓ। ਮੈਂ 1-2 ਵਾਰੀ ਉਹਨਾਂ ਨੇ ਕਿਹਾ ਸੀ ਵੀ ਚਲੀਏ ਅੱਗੇ, ਉੱਥੇ ਲੇਟ ਹੋ ਰਹੇ ਸੀ, ਜਾਣਾ ਸੀ ਆਪਣੇ ਸ਼ਾਇਦ ਉਹ ਦਿਨ ਉੱਥੇ ਚੱਲੇ ਸੀਗੇ ਕਰਤਾਰਪੁਰ ਲਾਂਘੇ ਨੂੰ ਲੈ ਕੇ, ਸਾਡੇ ਸੁਲਤਾਨਪੁਰ ਲੋਧੀ ਜਾ ਰਹੇ ਸੀ ਸ਼ਾਇਦ। ਫਿਰ ਮੈਂ ਘੱਟੋ ਘੱਟ 5 ਮਿੰਟ, ਅਸੀਂ 50 ਕਿਲੋਮੀਟਰ ਨਿਕਲ ਕੇ ਆਵਾਂਗੇ ਜੀ, ਮੁੜਵਾ ਕੇ ਲੈ ਕੇ ਆਇਆ ਮੈਂ ਹੈਲੀਕਾਪਟਰ। ਉਹਦੇ ਉੱਤੇ ਗੇੜ, ਮੈਂ ਕਿਹਾ ਦੇਖੋ ਜੀ, ਉਹਨਾਂ ਨੂੰ ਕਿਹਾ ਲੋ ਰਵੀਨ ਲੈਟਸ ਫਾਈਂਡ ਆਊਟ। ਉੱਥੋਂ ਕੋਸ਼ਿਸ਼ ਕੀਤੀ, ਕਨੈਕਟ ਹੋਇਆ ਨਹੀਂ। ਪਹੁੰਚਦੇ ਹੀ ਸਭ ਤੋਂ ਪਹਿਲਾਂ ਫੋਨ ਕੀਤਾ ਤੇ ਆ ਤਾਂ ਉਦੋਂ ਦਾ ਆ ਮੇਰੇ ਖਿਆਲ 17-18 ਦੀ ਗੱਲ ਹੈ, 18 ਦੀ ਗੱਲ ਹੈ। 18 'ਚ ਪਰਚਾ ਰਜਿਸਟਰ ਹੋਇਆ। ਅੱਜ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਯਾਦ ਕਿਉਂ ਆ ਗਈ ਸਾਹਿਬ? ਦ ਸਟਿੰਗ ਇਜ਼ ਇਨ ਦੀ ਟੇਲ, ਦ ਸਟਿੰਗ ਇਜ਼ ਇਨ ਦ ਟਾਈਮਿੰਗ। ਇੱਕ ਗੱਲ ਤਾਂ ਟਾਈਮਿੰਗ ਆਫ ਈਡੀ ਜਿਹੜਾ ਇਸ ਸਮੇਂ ਦੇ ਵਿੱਚ ਇਲੈਕਸ਼ਨ ਦੇ ਦੌਰਾਨ ਜਿਹੜਾ ਕੀਤਾ। ਦੂਜਾ ਕ੍ਰੈਡੀਬਿਲਿਟੀ ਇਨ ਏਜੰਸੀਜ਼ ਦੀ ਖਤਮ ਕਰਤੀ ਬੀਜੇਪੀ ਨੇ। ਜਿੱਥੇ ਜਿੱਥੇ ਇਲੈਕਸ਼ਨ ਹੁੰਦਾ, ਜਿਵੇਂ ਚੰਨੀ ਜੀ ਵੀ ਕਹਿ ਰਹੇ ਸੀ ਉੱਥੇ ਜਾਵੜੇ ਮੱਧ ਪ੍ਰਦੇਸ਼ 'ਚ ਵੀ ਆਪਣੇ ਕਮਲਨਾਥ ਜੀ ਦਾ ਭਾਂਜਾ ਚੱਕ ਕੇ ਲੈ ਗਏ ਸੀਗੇ। ਉੱਥੇ ਮਮਤਾ ਬਨਰਜੀ ਦੇ ਉਹਦੇ ਭਤੀਜੇ ਤੇ ਠੋਕਤਾ। ਰਿਸ਼ਤੇਦਾਰ ਤਾਂ ਕਿਸੇ ਦਾ ਛੱਡੇ ਨਹੀਂ ਜਿਨ੍ਹਾਂ ਨੇ। ਇਹਦੇ ਨਾਲ ਤੁਹਾਨੂੰ ਲੱਗਦਾ ਕੈਪਟਨ ਅਮਰਿੰਦਰ ਦੀ ਵੀ ਕ੍ਰੈਡੀਬਿਲਿਟੀ ਗਈ, ਜਿਨ੍ਹਾਂ ਨੇ ਦੇਖ ਲਿਆ ਉੱਥੇ ਮੌਕੇ ਤੇ ਕਾਰਵਾਈ ਨਹੀਂ ਕੀਤੀ। ਔਰ ਉਹਨਾਂ ਨੇ ਇਹ ਗੱਲ ਕਹੀ, ਜਾਖੜ ਸਾਹਿਬ ਬੜੀ ਇੰਟਰਸਟਿੰਗ ਗੱਲ ਕੈਪਟਨ ਅਮਰਿੰਦਰ ਨੇ ਕਹੀ ਵੀ ਮੈਂ ਸੋਨੀਆ ਗਾਂਧੀ ਨੂੰ ਦੱਸਿਆ ਔਰ ਉਹਨਾਂ ਨੇ ਅਲਾਉ ਨਹੀਂ ਕੀਤਾ ਕਾਰਵਾਈ ਕਰਨ ਤੋਂ। ਨਹੀਂ, ਮੈਂ ਕਹਿ ਰਿਹਾ ਵੀ ਇਨਕੁਆਇਰੀ ਤਾਂ ਮਾਰ ਕਰਤੀ ਸੀ, ਇਨਕੁਆਇਰੀ ਦੀ ਰਿਪੋਰਟ ਆ ਗਈ। ਹੁਣ ਉਹ ਗੱਲਾਂ ਹੋ ਰਹੀਆਂ ਵੀ ਜਿਨ੍ਹਾਂ ਬੰਦਿਆਂ ਨੇ ਇਨਕੁਆਇਰੀ ਕੀਤੀ ਸੀ ਉਹਨਾਂ ਤੇ ਵੀ ਸ਼ੱਕ ਕੀਤਾ ਜਾ ਰਿਹਾ। ਉਹ ਸਾਰੀਆਂ ਗੱਲਾਂ ਹੈ, ਬਟ ਸਿਰੇ ਲੱਗ ਜਾਂਦੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਅੱਜ ਯਾਦ ਆ ਗਈ ਵੀ ਇਨਕੁਆਇਰੀ ਗਲਤ ਹੋਈ ਸੀ। ਉਸ ਟਾਈਮ ਚੱਕ ਲੈ ਜਾਂਦੇ, ਉਸ ਟਾਈਮ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਸੀ। ਆਖਰੀ ਇੱਕ ਦੋ ਸਵਾਲ ਹੈਗੇ। ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਹੋ, ਤੁਹਾਡੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ HS ਹੰਸਪਾਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ, ਇੱਕ ਚੀਜ਼। ਦੂਸਰੀ ਚੀਜ਼ ਇਹ ਵਾਲੀ ਕਿ ਜਿਸ ਤਰ੍ਹਾਂ ਦੇ ਨਾਲ ਟਿਕਟਾਂ ਵੰਡੀਆਂ ਗਈਆਂ, ਜਿੰਨਾ ਖਲਾਰਾ ਕਾਂਗਰਸ ਦੇ ਅੰਦਰ ਪੈ ਗਿਆ, ਜਿੰਨੇ ਲਗਭਗ ਅੱਧੀਆਂ ਕੌਂਸਟੀਟਿਊਂਸੀਜ਼ ਦੇ ਵਿੱਚ ਕਾਂਗਰਸ ਦੇ ਸਾਹਮਣੇ ਬਾਗੀ ਕਾਂਗਰਸੀ ਖੜੇ ਆ, ਤੁਸੀਂ ਇਸ ਟਿਕਟ ਡਿਸਟ੍ਰੀਬਿਊਸ਼ਨ ਨੂੰ ਕਿਵੇਂ ਦੇਖਿਆ? ਪਹਿਲੀ ਗੱਲ ਤਾਂ ਹੰਸਪਾਲ ਜੀ ਦੀ ਮੈਂ ਕੱਲ ਸੁਣਿਆ, ਉਹਦੇ ਬਾਅਦ ਰਾਤ ਨੂੰ ਮੈਂ ਘਰੇ ਜਾ ਕੇ ਉਹਨਾਂ ਦਾ ਉਹ ਇੱਕ ਇੰਟਰੈਕਸ਼ਨ ਸੁਣਿਆ, ਕਿਸੇ ਚੈਨਲ ਤੇ ਸੀਗਾ। ਉਹਦੇ 'ਚ ਉਹਨਾਂ ਨੇ ਪੁੱਛਿਆ ਤੁਸੀਂ ਕਿਉਂ ਛੱਡਤਾ? 2 ਵਾਰੀ ਰਾਜ ਸਭਾ ਦੇ ਮੈਂਬਰ ਰੱਖਿਆ ਜੀ ਇਹਨਾਂ ਨੇ। ਇਲੈਕਸ਼ਨ ਉਹ ਕਹਿੰਦੇ ਮੈਂ ਲੜਨਾ ਚਾਹੁੰਦਾ ਸੀ, ਮੈਨੂੰ ਲੜਨ ਨਹੀਂ ਦਿੱਤਾ ਕਿਉਂਕਿ ਸਤਿਗੁਰੂ ਹੋਰਾਂ ਨੇ ਕਹਿਤਾ ਵੀ ਤੁਸੀਂ ਉੱਥੇ ਸ਼ਰਾਬ ਵੰਡੋਗੇ ਤੇ ਆ ਕੰਮ ਆਪਾਂ ਨਹੀਂ ਕਰਨਾ, ਤੇ ਉਹਨਾਂ ਨੇ ਕਰਤਾ। ਤੇ ਹੁਣ ਇੱਕ ਪਾਸੇ ਬੇਟੇ ਦੀ ਜਦੋਂ ਉਹਨਾਂ ਨੂੰ ਪੁੱਛਿਆ ਉਹ ਆਪਣੇ ਇੰਟਰਵਿਊਅਰ ਨੇ ਵੀ ਹੁਣ ਤੁਸੀਂ ਬੇਟਾ ਲੜਾਉਣ ਦੀ ਗੱਲ ਕਰ ਜਾਂਦੇ, ਫੇਰ ਨਹੀਂ ਵੰਡੇ ਜਾਣ। ਕਹਿੰਦੇ ਅੱਜ ਕੱਲ੍ਹ ਤਾਂ ਚੱਲ ਰਹੀ ਹੈ। ਐਂਡ ਹਿਜ਼ ਰੀਜ਼ਨ ਜਿਹੜਾ ਉਹਨਾਂ ਨੇ, ਹੰਸਪਾਲ ਜੀ ਨੇ, ਮੈਨੂੰ ਬੜੀ ਠੇਸ ਪਹੁੰਚੀ। ਬੜੇ ਸੀਨੀਅਰ ਹੈ, ਮੈਂ ਤਾਂ ਬੜੀ ਇੱਜ਼ਤ ਕਰਦਾ ਉਹਨਾਂ ਦੀ। ਉਹਨਾਂ ਨੇ ਕਿਹਾ ਨਹੀਂ, ਉਹਨੇ ਬੱਚੇ ਨੂੰ ਤਾਂ ਹੁਣ ਸਾਰਾ ਕੁਝ ਅੱਜ ਕੁਝ ਹੁੰਦਾ ਸਾਰਾ ਕੁਝ, ਤੇ ਹੁਣ ਤੁਸੀਂ ਬੱਚੇ ਨੂੰ ਟਿਕਟ ਜਿਹੜੀ ਉਹਨੂੰ ਕਰਾਓਗੇ, ਵੰਡੋਗੇ। ਤੁਸੀਂ ਕਹਿ ਰਹੇ ਹੋ ਵੀ ਮੈਂ ਕਾਂਗਰਸ ਦੇ ਅੰਦਰ ਰਹਿ ਕੇ ਸਿਸਟਮ ਨਹੀਂ ਚੇਂਜ ਕਰ ਸਕਿਆ, ਦਾਰੂ ਪਾਣੀ ਆ ਵੰਡਣ ਵਾਲਾ, ਇਸ ਕਰਕੇ, ਪਰ ਇੱਥੇ ਤੁਸੀਂ ਐਕਸੈਪਟ ਕਰ ਰਹੇ ਹੋ। ਸੋ there was no coherence or incongruity in his statements। ਇਸ ਕਰਕੇ ਕੋਈ ਵਜਨ ਨਹੀਂ ਲੱਗਿਆ ਮੈਨੂੰ ਗੱਲ 'ਚ ਕਿਉਂ ਛੱਡ ਕੇ ਜਾ ਵੜੇ। ਦੇਖੋ ਅੱਜ ਜੇ ਚੈਲੰਜ ਹੈ ਕਿਤੇ, ਇਹ ਸ਼ੁੱਡ ਹੈਵ ਸਟੂਡ ਬਾਏ ਦਾ ਪਾਰਟੀ। ਯਾਰ 6 ਮਹੀਨੇ ਪਹਿਲਾਂ, ਫੈਸਲਾ ਸਾਲ ਪਹਿਲਾਂ ਕਹਿ ਦਿੰਦੇ ਜੀ ਮੈਂ ਤਾਂ ਚੱਲਿਆ। ਟਿਕਟ ਡਿਸਟ੍ਰੀਬਿਊਸ਼ਨ ਕਿਵੇਂ ਲੱਗੀ ਤੁਹਾਨੂੰ? ਤੁਹਾਨੂੰ ਲੱਗਦਾ ਕਿ ਕਾਂਗਰਸ ਨੂੰ, ਜਿਸ ਤਰ੍ਹਾਂ ਕਹਿੰਦੇ ਵੀ ਕਾਂਗਰਸ ਨੂੰ ਕਾਂਗਰਸ ਮਾਰ ਸਕਦੀ, ਉਹ ਕੰਮ ਹੋ ਗਿਆ? ਦੇਖੋ ਹਰੇਕ ਜਿੱਥੇ ਕਿਤੇ ਚਾਂਸ ਹੋਏ ਨਾ, ਸਾਰਿਆਂ ਨੂੰ ਲੱਗਦਾ 2/3 ਮੈਜੋਰਟੀ ਤੋਂ ਬਾਅਦ ਸਾਰਿਆਂ ਨੂੰ ਲੱਗਦਾ ਵੀ ਸਾਰੇ ਐਤਕੀ ਤਾਂ ਟਿਕਟ ਮਿਲੀ ਨਹੀਂ ਐਜ਼ ਅ ਟਿਕਟ ਟੂ ਦਾ ਅਸੈਂਬਲੀ, ਸਿੱਧੀ ਜਾ ਕੇ ਉੱਥੇ ਠਾ ਦੇਣੀ, ਬਸ ਉੱਥੇ ਜਾ ਕੇ ਬ੍ਰੇਕ ਲੱਗੂਗੀ। ਬਟ 117 ਸੀਟਾਂ ਹੈ ਬੱਸ ਦੇ ਅੰਦਰ ਤੇ ਸਵਾਰੀਆਂ ਸਾਡੇ ਕੋਲ ਜ਼ਿਆਦਾ ਹੈ, ਉਹ ਮਨਮੁਟਾਵ ਆ ਜਾਂਦਾ। ਮੈਂ ਡੈਮੇਜ ਕਰੂ ਕਾਂਗਰਸ ਨੂੰ। ਦੇਖੋ ਘਰ 'ਚ ਜਦੋਂ ਫੁੱਟ ਪੈ ਜੇ ਹਮੇਸ਼ਾ ਇਟ ਇਜ਼ ਨਾਟ ਗੁੱਡ ਫॉर द ਨਾਈਦਰ ਅ ਫੈਮਿਲੀ ਨੋਰ ਫॉर ਪਾਰਟੀ। ਕਿਸੇ ਵੀ ਆਰਗੇਨਾਈਜੇਸ਼ਨ 'ਚ ਦੇयर ਹੈਜ਼ ਟੂ ਬੀ ਆਪਸ 'ਚ ਕੋਹੀਜ਼ਨ, ਦੇयर ਸ਼ੁੱਡ ਬੀ, ਨਾਲ ਮਿਲ ਕੇ ਚੱਲਣਾ ਚਾਹੀਦਾ। ਬਟ ਮੈਂ ਜਿਹੜੀ ਰਿਕਮੈਂਡ ਕੀਤਾ ਸੀ, ਕਿਉਂਕਿ ਇੱਕ ਟਿਕਟ ਦੇ ਉੱਤੇ ਮੈਂ ਰਾਏ ਦਿੰਦਾ ਨਹੀਂ ਚੰਗਾ ਲੱਗਦਾ, ਬਟ ਮਾਈ ਇਸ਼ੂ ਵਾਜ਼ ਵੀ ਇਹਨੂੰ ਇੰਸਟੀਟਿਊਸ਼ਨਲ ਰਿਫਾਰਮ ਦੀ ਲੋੜ ਹੈ। ਵੀ ਇੱਕ ਪ੍ਰੀ ਸਕਰੀਨਿੰਗ ਸਾਲ 1.5 ਸਾਲ ਪਹਿਲਾਂ ਕਰ ਦਿਓ ਜਾਂ ਮਿਡ ਟਰਮ 'ਚ ਕਰ ਦਿਓ ਤੁਸੀਂ, ਵੀ ਇੱਕ ਇਵੈਲੂਏਸ਼ਨ ਹੋ ਜੇ, ਭਾਟੀਆ ਸਾਹਿਬ ਦੀ ਹੋ ਜਾਏ, ਸੁਨੀਲ ਦੀ ਹੋ ਜਾਏ, ਹੂਸਐਵਰ ਇਜ਼ MLA, ਆਈਦਰ ਯੂ ਆਰ ਨਾਟ ਪਰਫਾਰਮਿੰਗ, ਉਹਨੂੰ ਨੋਟਿਸ ਦੇ ਦੇਣ ਵੀ 6 ਮਹੀਨੇ ਹੈ, ਜਾਂ ਤਾਂ ਆਪਣੇ ਆਪ ਨੂੰ ਸੁਧਾਰ ਲੈ, ਸਟਾਰਟ ਪਰਫਾਰਮਿੰਗ, ਅਦਰਵਾਈਜ਼ ਸਾਨੂੰ ਉਦੋਂ ਨਾ ਕਹੀਂ। ਐਂਡ ਦੈਨ ਨਾਟ ਓਨਲੀ ਪੁੱਟ ਹਿਮ ਇਨ ਨੋਟਿਸ, 6 ਮਹੀਨੇ ਬਾਅਦ ਫਿਰ ਉਹਨਾਂ ਨੂੰ ਇੱਕ ਦੂਜੇ ਬੰਦੇ ਨੂੰ ਮੌਕਾ ਦੇ ਕੇ ਉਹਨੂੰ ਹੀ ਸ਼ੁੱਡ ਬੀ ਗਰੂਮਡ। ਇਸ ਤਰ੍ਹਾਂ ਲੱਗ ਰਿਹਾ ਜਾਖੜ ਸਾਹਿਬ ਕੋਈ ਡਿਸਪਲਿਨ ਦੀ ਕੋਈ ਲਾਈਨ ਹੀ ਨਹੀਂ ਹੈਗੀ। ਜਦੋਂ ਸਿਟਿੰਗ ਮੰਤਰੀ ਆਪਣੇ ਮੁੰਡੇ ਨੂੰ ਖੜਾ ਕੇ ਲੜਾ ਦੇਣ, ਮੈਂ ਇੱਕ ਨਾਮ ਲੈ ਰਿਹਾ ਜਾਂ ਬਾਕੀ ਵੀ? ਤੁਸੀਂ ਮੰਤਰੀ ਦੀ ਗੱਲ ਕਰੀ ਜਾਂਦੇ ਹੋ, ਤੁਸੀਂ ਚੀਫ ਮਿਨਿਸਟਰ ਦੇ ਭਰਾ। ਚੀਫ ਮਿਨਿਸਟਰ ਦੇ ਭਰਾ। ਸੋ ਮੈਂ ਦੇਖੋ ਡਿਸਪਲਿਨ ਵਾਲਾ ਤਾਂ ਮੈਂ
ਜਦੋਂ ਮੇਰੇ ਪਿੱਛੇ ਸਾਰੇ ਪੈ ਗਏ ਸੀ, ਮੈਂ ਤਾਂ ਆਈ ਥਿੰਕ ਦ ਓਨਲੀ MLA ਹੂਜ਼ ਐਵਰ ਬੀਨ ਸਸਪੈਂਡਡ ਐਟਲੀਸਟ ਇਨ ਮਾਈ ਨੋਲੇਜ। ਮੈਂ ਜਦੋਂ ਸਾਡੇ ਜੀਰੇ ਵਾਲੇ MLA ਨੂੰ ਸਸਪੈਂਡ ਕੀਤਾ ਸੀਗਾ, ਐਵਰੀਬਡੀ ਵਾਜ਼ ਗਲਤ ਕੀਤਾ। ਫਿਰ ਜਦੋਂ ਸਾਡੇ ਵਾਲੇ ਇੱਕ MP ਸਾਹਿਬ ਤੇ ਦੋ MP ਸਾਹਿਬ ਜਾ ਕੇ ਗਵਰਨਰ ਕੋਲ ਮਿਲ ਕੇ ਆਏ ਜੀ, ਕਹਿੰਦੇ ਜੀ ED ਦੀ ਇਨਕੁਆਇਰੀ ਕਰਵਾਓ ਕਾਂਗਰਸ ਸਰਕਾਰ ਤੇ। ਦਿਸ ਇਜ਼ ਨਾਟ ਡਨ ਸਾਹਿਬ, ਤੁਹਾਡੀ ਗੱਲ ਹੈ, ਤੁਸੀਂ ਜਾ ਕੇ ਮਿਸਿਸ ਗਾਂਧੀ ਨੂੰ ਕਹੋ। ਇੱਕ ਪਾਸੇ ਉਹ ਕਹਿ ਰਹੇ ਸੀ ਵੀ ਮੇਰੇ ਨਾਲ ਚੱਲੇ ਸੁਨੀਲ, ਮੈਂ ਦਿਖਾ ਦਿੰਦਾ ਕਿਹਨੂੰ ਮਿਲਦੇ ਆ ਮਿਸਿਸ ਗਾਂਧੀ, ਮੈਨੂੰ ਪਹਿਲਾਂ ਮਿਲਦੇ ਆ ਕਿ ਉਹਨੂੰ ਮਿਲਦੇ ਆ। ਤੇ ਫਿਰ ਐਡੀ ਪਹੁੰਚ ਤੁਸੀਂ ਜਾ ਕੇ ਆਹ ਗੱਲ ਮਿਸਿਸ ਗਾਂਧੀ ਨੂੰ ਕਹੋ। ਕਿਹਨੂੰ ਕਹਿ ਰਹੇ ਹੋ, ਕਿਹਨੂੰ ਸੁਣਾ ਰਹੇ ਹੋ ਤੁਸੀਂ? ਟਵੀਟ ਆਇਆ ਸੀ ਇਨਫ ਇਜ਼ ਇਨਫ। ਮੈਂ ਕਿਹਾ ਹੁਣ ਇਸ ਤੇ ਨਹੀਂ ਉਹ ਇਨਫ ਤਾਂ ਹੁਣ ਆਇਆ ਸੀਗਾ ਜਾਂ ਮੈਂ ਉਦੋਂ ਦੀ ਗੱਲ ਕਰ ਰਿਹਾ ਜਦੋਂ ਇਹ ਗਵਰਨਰ ਸਾਹਿਬ, ਮੈਨੂੰ ਪਤਾ ਹੈਗਾ ਪ੍ਰਤਾਪ ਬਾਜਵਾ ਔਰ ਉਹ ਦੂਸਰੇ ਸੀਗੇ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਾਂ ਉਹ ਵੀ ਲੜ ਰਹੇ ਹੈ, ਬਟ ਹੀ ਸ਼ੁੱਡ ਹੈਵ ਬੀਨ ਪੁੱਟ ਔਨ ਨੋਟ। ਘੱਟੋ ਘੱਟ ਉਹਨੂੰ ਬੁਲਾ ਕੇ ਕਹਿ ਦਿੰਦੇ ਵੀ ਤੁਸੀਂ ਸ਼ਿਕਾਇਤ ਹੈ ਮੈਨੂੰ ਆ ਕੇ ਕਰੋ, ਬਟ ਡੋਂਟ ਮੇਕ ਅ ਪਬਲਿਕ ਸਪੈਕਟੀਕਲ ਆਫ ਇਟ। ਉਹ ਹੋ ਜਾਂਦਾ ਕਿਤੇ ਨਾ ਕਿਤੇ ਇੱਕ ਮਾੜਾ ਮੋਟਾ, ਤਾਂ ਲੋਕਾਂ ਨੂੰ ਸਮਵੇਅਰ ਅਲੋਂਗ ਦਾ ਲਾਈਨ ਲੀਡਰਸ਼ਿਪ ਹੈਜ਼ ਟੂ ਬੀ ਵੈਰੀ ਅਕੋਮੋਡੇਟਿਵ। ਬਿਲਕੁਲ ਸਾਹਿਬ, ਇਹ ਸਾਰੇ ਵਲੰਟੀਅਰ ਹੈ, ਕੋਈ ਤਨਖਾਹ ਤੇ ਨਹੀਂ ਸਾਹਿਬ। ਕੋਈ ਵੀ ਜਿਹੜਾ ਕਾਂਗਰਸੀ ਹੈ ਕੋਈ ਤਨਖਾਹ ਨਹੀਂ ਲੈਂਦਾ, ਆਪਣੇ ਜਜ਼ਬੇ ਨਾਲ ਜੁੜੇ ਹੈ, ਬਟ ਇਹਨੂੰ ਫਰਮਨੈਸ ਆਫ ਡਿਸੀਜਨ। ਬਿਲਕੁਲ, ਮੈਂ ਇਹੀ ਕਹਿਣ ਲੱਗਾ ਸੀਗਾ ਕਿ ਲੀਡਰਸ਼ਿਪ ਦੀ ਕਮੀ ਹੈਗੀ ਇਸ ਸਮੇਂ, ਕਿ ਤੁਹਾਡੇ ਲੋਕ ਪਾਰਟੀ ਛੱਡ ਕੇ ਜਾ ਰਹੇ, ਇੱਕ ਹਲਕੇ 'ਚ 4 ਖੜ ਗਏ, ਸਿਟਿੰਗ ਮਿਨਿਸਟਰ, CM ਦਾ ਭਰਾ, ਬਾਕੀ ਹੋਰ ਕਿੰਨੇ ਲਾ ਲਓ, XMP ਕੋਈ ਵੀ। ਇਹ ਮਤਲਬ ਤੁਹਾਨੂੰ ਲੱਗਦਾ ਇਹ ਲੀਡਰਸ਼ਿਪ ਦੀ ਕਮੀ ਹੈ ਕਿ ਤੁਸੀਂ ਪਾਰਟੀ ਨੂੰ ਇੱਕ ਲਾਈਨ 'ਚ ਨਹੀਂ ਰੱਖ ਪਾ ਰਹੇ? ਨਹੀਂ, ਸਖਤੀ ਦੇਖੋ, ਕਿਸੇ ਬੰਦੇ ਦੀ ਸ਼ਰਾਫਤ ਦਾ ਨਜਾਇਜ਼ ਫਾਇਦਾ ਉਠਾਉਣਾ ਇਟਸ ਨਾਟ ਡਨ। ਲੀਡਰਸ਼ਿਪ ਹੈਜ਼ ਟੂ ਬੀ ਇਵਨ ਇਫ ਯੂ ਹੈਵ ਟੂ ਟੇਕ ਅ ਟਫ ਡਿਸੀਜਨ। ਅੱਜ ਦੇ ਦਿਨ ਦੇਖੋ ਸਾਨੂੰ ਹਰੇਕ ਇੱਕ ਬੰਦੇ ਦੀ ਲੋੜ ਹੈ। ਅੱਜ ਦੇ ਦਿਨ ਜਿਸ ਤਰ੍ਹਾਂ ਜਿਹੜੇ ਹਥਕੰਡੇ BJP ਅਪਣਾ ਰਹੀ ਹੈ, ਉਹਦੇ ਸਾਹਮਣੇ ਪਾਰਟੀ ਜਿੰਨੇ ਨਾਲ ਜੁੜਨ ਅੱਛੀ ਗੱਲ ਹੈ, ਬਟ ਨਾਟ ਐਟ ਦਿਸ ਕਾਸਟ। ਉਹਦੇ ਨਾਲ ਇੱਕ ਗਲਤ ਪ੍ਰੈਸੀਡੈਂਟ, ਜਿਵੇਂ ਹੁਣ ਆ ਵੀ ਪ੍ਰੈਸੀਡੈਂਟ ਹੀ ਹੈ ਵੀ ਜੱਜ ਚੀਫ ਮਿਨਿਸਟਰ ਨੂੰ 4 ਮਹੀਨੇ ਬਾਅਦ ਉਤਾਰ ਦਿਓ, ਫਿਰ ਤਾਂ ਸਾਰੇ ਹਰੇਕ ਕੋਈ ਕਹਿਣ ਲੱਗ ਜਾਊਗਾ 75-25 ਕਿਹੜਾ ਤੁਹਾਡੇ ਕੋਲ, ਕਿਹੜੀ ਤੁਹਾਡੇ ਕੋਲ ਏਜੰਸੀ, ਇੰਟੈਲੀਜੈਂਸ ਏਜੰਸੀ ਜਿਸ ਤੋਂ ਲੈ ਕੇ ਆਏ ਹੋ ਤੁਸੀਂ? ਫਿਰ ਤਾਂ ਮੇਰੀ ਤੁਹਾਡੇ ਨਾਲ ਨਹੀਂ ਬਣੀ, ਤੁਹਾਨੂੰ ਕਿਤੇ ਲਾਤੀ ਮੋਹਰ, ਮੈਂ ਸਵੇਰੇ ਇੱਥੇ ਡਾਂਗ ਚੱਕ ਲੂੰਗਾ ਜੀ, 80-20 ਤੇ ਲਿਆਏ ਜੀ 75-25 ਤੋਂ। ਫਿਰ ਇਸ ਸਮਵੇਅਰ ਲਾਈਨ ਹੈਜ਼ ਟੂ ਬੀ ਡਰਾਨ। ਇਹ ਗੱਲਾਂ ਹੈ ਜਿਹੜੀਆਂ 75-25 ਉਹ ਜਾ ਕੇ ਉੱਤੇ ਦੱਸ ਦਿਓ ਤੁਸੀਂ। ਤੁਹਾਡੀ ਸਿੱਧੀ ਗੱਲ ਹੁੰਦੀ ਹੈ ਰਾਹੁਲ ਜੀ ਨਾਲ, ਸਿੱਧੀ ਤੁਸੀਂ ਪ੍ਰਿਯੰਕਾ ਜੀ ਨਾਲ, ਮਿਸਿਸ ਗਾਂਧੀ ਨਾਲ, ਉਹਨਾਂ ਨੂੰ ਜਾ ਕੇ ਦੱਸੋ ਜੀ, ਥੋੜਾ CM ਸਾਹਿਬ ਨੂੰ ਕਹੋ ਵੀ ਨਕੇਲ ਪਾਉਣ ਇਹਨਾਂ ਲੋਕਾਂ ਤੇ। ਆਖਰੀ ਸਵਾਲ ਜਾਖੜ ਸਾਹਿਬ, ਤੁਸੀਂ ਇੰਨੇ ਐਕਸਪੀਰੀਅੰਸਡ ਪੋਲੀਟੀਸ਼ੀਅਨ ਹੈਗੇ ਹੋ, ਹਵਾ ਪਛਾਣ ਲੈਂਦੇ ਹੋ, ਕੀ ਲੱਗ ਰਿਹਾ ਪੰਜਾਬ ਦੇ ਵਿੱਚ ਥੋੜੇ ਦਿਨ 16-17 ਦਿਨ ਇਲੈਕਸ਼ਨਸ ਨੂੰ ਰਹਿ ਗਏ ਹੈ, ਜੋ ਕਾਂਗਰਸ ਦੀ ਸਥਿਤੀ ਹੈਗੀ ਹੈ, ਜਿੰਨੇ ਬਾਕੀ ਪਲੇਅਰ ਮੈਦਾਨ ਦੇ ਵਿੱਚ ਹੈਗੇ ਨੇ, ਪੰਜਾਬ ਦੇ ਵਿੱਚ ਇਸ ਸਮੇਂ ਸਰਕਾਰ ਤੋਂ ਕਿੰਨੀ ਕਦਮ ਦੂਰ ਹੈਗੀ ਹੈ ਕਾਂਗਰਸ? ਸਹੀ ਐਨਾਲਿਸਿਸ ਦੱਸਿਓ, ਓਨੈਸਟ ਰਾਏ। ਮੇਰੀ ਦੇਖੋ, ਮੈਂ ਕਦੇ ਵੀ, ਅਸੀਂ ਆਪਣੇ ਆਪ 'ਚ ਦੇਖੋ ਬਿਨਾਂ ਹੌਸਲੇ ਦੇ ਤਾਂ ਲੜਾਈ 'ਚ ਮੈਦਾਨ 'ਚ ਉਤਰਿਆ ਨਹੀਂ ਜਾਂਦਾ। ਅਸੀਂ ਸਾਡੇ ਕੋਲ ਵੀ ਆਰ ਟਰਾਈਂਗ ਟੂ ਡਿਫੈਂਡ ਜਿਹੜੀ ਹੈ 2/3 ਮੈਜੋਰਿਟੀ ਜਿਹੜੇ ਸਾਡੇ ਕੋਲ ਹੈ, ਵੀ ਇਸ ਤੋਂ ਨਾ ਘਟ ਜਾਈਏ, ਇਹਨੂੰ ਵਧਾਈਏ, ਬਟ ਐਟ ਦਾ ਸੇਮ ਟਾਈਮ ਇਟ ਵਿਲ ਬੀ ਫੁਲਿਸ਼ ਔਨ ਆਰ ਪਾਰਟ। ਆ ਕੋਈ ਬਾਹਲੀ ਸਿਆਣਪ ਵਾਲੀ ਗੱਲ ਨਹੀਂ ਵੀ ਦੁਸ਼ਮਣ ਨੂੰ ਹੈ, ਜਿਹੜਾ ਨਾਟ ਦੁਸ਼ਮਣ ਵਰਡ ਗਲਤ ਹੈ ਰਾਜਨੀਤੀ 'ਚ। ਜਿਹੜਾ ਸਾਡਾ ਪ੍ਰਤੀਦਵੰਦੀ ਹੈ, ਕੰਪੀਟੀਟਰ ਹੈ, ਕਮਜ਼ੋਰ ਨਹੀਂ ਸਾਹਿਬ, ਸ਼ਿਕਾਰ ਕਿਸੇ ਦਾ ਵੀ ਨਿਕਲੀਏ, ਸਮਾਨ ਸ਼ੇਰ ਦਾ ਹੋਣਾ ਚਾਹੀਦਾ। ਜੇ ਕਿਤੇ ਸ਼ੇਰ ਆ ਗਿਆ ਤਾਂ ਠਾ ਦੇਣੇ ਚਾਹੀਦੇ, ਤੇ ਸਾਡੇ ਕੋਲ ਸ਼ੇਰ ਦਾ ਸਮਾਨ ਸਾਡੇ ਕੋਲ ਹੈ। ਕਿੰਨੀਆਂ ਸੀਟਾਂ ਆ ਸਕਦੀਆਂ ਨੇ ਅੰਦਾਜ਼ਾ? ਲੋਕਾਂ ਨੇ ਫੈਸਲਾ ਕਰਨਾ ਸਾਹਿਬ। ਆਈ ਡੋਂਟ ਇੰਡਲਜ ਇਨਟੂ ਦਿਸ ਪ੍ਰੈਡਿਕਸ਼ਨਸ। ਮੈਨੂੰ ਤਾਂ ਇੰਨਾ ਪਤਾ ਹੈ ਵੀ ਲੋਕ ਜਿਹੜੇ ਹੈ ਕੰਮ ਦੀ ਕਦਰ ਪਾਣਗੇ ਤਾਂ ਬੱਲੇ ਬੱਲੇ ਹੈ ਜੀ। ਜੇ ਕਿਤੇ ਝਾਂਸੇ 'ਚ ਨਾ ਜਾਣ, ਮੈਨੂੰ ਤਾਂ ਹੀ ਖਤਰਾ ਵੀ ਆ ਜਿਹੜੇ ਬਹਿਰੂਪੀਏ ਤੁਰੇ ਫਿਰਦੇ ਹੈ, ਉਹਨਾਂ ਤੋਂ ਬਚ ਕੇ ਰਹਿਣ, ਕਿਤੇ ਹੋਰ ਕੁਛ ਨਹੀਂ ਸਭ। ਮੈਜੋਰਿਟੀ ਆ ਸਕਦੀ ਹੈ ਕਿਉਂਕਿ ਹੰਗ ਅਸੈਂਬਲੀ ਦੀ ਵੀ ਬੜੀਆਂ ਕਿਆਸ ਰਾਈਆਂ ਜਾਂ ਪੋਲੀਟੀਕਲ ਪੰਡਿਤ ਪ੍ਰਿਡਿਕਟ ਕਰ ਰਹੇ ਨੇ। ਆਈ ਐਮ ਨਾਟ ਅ ਪੋਲੀਟੀਕਲ ਪੰਡਿਤ, ਦੈਟਸ ਪ੍ਰੀਸਾਈਜ਼ਲੀ ਵਾਈ ਆਈ ਐਮ ਨਾਟ। ਯੂ ਆਰ ਪੋਲੀਟੀਕਲ ਐਕਸਪਰਟ ਐਜ਼ ਵੈਲ। ਮੈਂ ਕੋਈ ਐਕਸਪਰਟ ਨਹੀਂ। ਮੈਂ ਐਕਸਪਰਟ ਹੁੰਦਾ ਤਾਂ ਮੈਂ ਵੀ ਉੱਥੇ ਇਹਨਾਂ ਵਾਂਗੂ ਉਹਨਾਂ ਦੇ ਤਲਵੇ ਚੜਦਾ ਫਿਰਦਾ। ਮੈਂ ਆਬਜ਼ਰਵਰਾਂ ਦੇ ਜਿਹੜੇ 3 ਬੈਠੇ ਸੀਗੇ, ਮੈਨੂੰ ਇੱਕ ਬੰਦਾ ਕਹਿ ਦੇਵੇ ਮੈਂ ਕਿਸੇ 3 ਆਬਜ਼ਰਵਰਾਂ ਨਾਲ ਫੋਨ ਤੇ ਵੀ ਗੱਲ ਕੀਤੀ ਹੋਵੇ, ਮੈਂ ਕਿਤੇ ਉਸ ਮੈਰੀਅਟ ਦੇ ਜਾਂ ਕਾਂਗਰਸ ਭਵਨ ਦੇ ਨੇੜੇ ਦੀ ਗਿਆ ਹਾਂ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ। ਨਹੀਂ ਸਾਹਿਬ, ਆਈ ਐਮ ਨਾਟ, ਆਈ ਐਮ ਨਾਈਦਰ ਅ ਪੋਲੀਟੀਕਲ ਐਨਾਲਿਸਟ ਨੋਰ ਆਈ ਐਮ ਨਾਟ ਇਵਨ ਅ ਪੋਲੀਟੀਸ਼ੀਅਨ। ਮੈਨੂੰ ਰਾਹੁਲ ਜੀ ਨੇ ਇੱਕ ਦਿਨ ਹੱਸ ਕੇ ਕਹਿਤਾ ਸੀ, ਮੈਂ ਕਹਿੰਦਾ ਨਹੀਂ ਦਿਸ ਆਈ ਨੋ, ਕਹਿੰਦਾ ਯੂ ਆਰ ਨਾਟ ਇਵਨ ਅ ਪੋਲੀਟੀਸ਼ੀਅਨ। ਮੈਂ ਠੀਕ ਹੈ ਜੀ, ਮੇਰੇ ਵਾਸਤੇ ਇੱਕ ਬੜਾ ਤੱਕ। ਮੈਂ ਕਹਿੰਦਾ ਨੋ, ਯੂ ਆਰ ਨਾਟ ਅ ਪੋਲੀਟੀਸ਼ੀਅਨ, ਯੂ ਆਰ ਅ ਜੈਂਟਲਮੈਨ। ਥੈਂਕ ਯੂ। ਬਹੁਤ ਧੰਨਵਾਦ ਜਾਖੜ ਸਾਹਿਬ।